ਗੁਰੂ ਨਾਨਕ ਪਦ ਪੰਕਜ ਬੰਦਨਾ ਪੰਕਜ ਬੰਦਨਾ ਸਿਮਰੋ ਅੰਗਦ ਰੂਪ ਦੇ ਕੰਦਨਾ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਓ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ਼੍ਰੀ ਹਰਿਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਨਾਮ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਦੋਹਰਾ ਕ੍ਰੀਚਕ ਧਾਇਓ ਸੰਗਤ ਹੈ ਪਕਰੀ ਸਭਾ ਮਜਾਰ ਮਹਾਬਲੀ ਤੈ ਜਾਣ ਕੇ ਨ੍ਰਿਪਤਨਾ ਕੇ ਹਟਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਿਸੰਗੀ ਜਨੋ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਢਾਡੀ ਜਥੇ ਪਾਸੋਂ ਢਾਡੀ ਵਾਰਾਂ ਸਰਵਣ ਕਰ ਰਹੇ ਸੀ ਗੁਰੂ ਜਸ ਆਓ ਲੜੀਵਾਰ ਇਤਿਹਾਸ ਦੀ ਕਥਾ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਸਰਵਣ ਕੀਤਾ ਸੀ ਸ਼ਬਦ ਨਾਨਕ ਦੁਖੀਆ ਸਤ ਸੰਸਾਰ ਮੰਨੈ ਨਾਉ ਸੋਈ ਜਿਨ ਜਾਏ ਔਰੀ ਕਰਮ ਨ ਲੇਖੈ ਲਾਏ। ਇਹਦੇ ਵਿੱਚੋਂ ਸੁਣਿਆ ਸੀ ਰੋਵੈ ਪਾਂਡਵ ਭਏ ਮਜੂਰ ਜਿਨ ਕੈ ਸੁਆਮੀ ਰਹਿਤ ਹਦੂਰ। ਪਾਂਡਵਾਂ ਨੂੰ ਰੋਣਾ ਪਿਆ ਤੇ ਉਸ ਵੇਲੇ ਵਿਰਾਟ ਰਾਜੇ ਦੀ ਸਭਾ ਦੇ ਵਿੱਚ ਉਹਦੇ ਰਾਜ ਵਿੱਚ ਇਹ ਪੰਜੇ ਪਾਂਡਵ ਤੇ ਇਹਨਾਂ ਦੀ ਇਸਤਰੀ ਦ੍ਰੋਪਦੀ ਇਹਨਾਂ ਨੂੰ ਨੌਕਰ ਬਣ ਕੇ ਲੁਕ ਕੇ ਰਹਿਣਾ ਪਿਆ ਕਿਉਂਕਿ ਇਹਨਾਂ ਨੂੰ ਦੁਰਯੋਧਨ ਨੇ ਆਪਣੇ ਰਾਜ ਵਿੱਚੋਂ ਕੱਢ ਦਿੱਤਾ ਸੀ। ਜੇ 13ਵੇਂ ਸਾਲ ਵਿੱਚ ਪੜ੍ਹੇ ਜਾਂਦੇ ਆ ਫਿਰ 12 ਸਾਲ ਦਾ ਇਹਨਾਂ ਨੂੰ ਵਨਵਾਸ ਮਿਲਣਾ ਸੀ ਜੰਗਲਾਂ ਵਿੱਚ ਹੀ ਰਹਿਣਾ ਪੈਣਾ ਸੀ। ਤਾਂ 13ਵੇਂ ਸਾਲ ਵਿੱਚ ਇਹਨਾਂ ਨੇ ਲੋਕੇ ਕੱਟਣਾ ਸੀ ਤਾਂ ਤੇ ਇਹਨਾਂ ਨੇ ਰਾਜੇ ਵਿਰਾਟ ਦੇ ਕੋਲ ਭੇਸ ਬਦਲ ਕੇ ਜਾਂਦੇ ਆ ਔਰ ਉੱਥੇ ਨੌਕਰ ਬਣ ਕੇ ਜਿਹੜਾ ਹੈ ਸਮਾਂ ਲੰਘਾਉਂਦੇ ਆ। ਪਿਛਲੇ ਦਿਨੀ ਆਪਾਂ ਸਰਵਣ ਕਰ ਰਹੇ ਸੀ ਤੇ ਜਦੋਂ ਵਿਰਾਟ ਰਾਜੇ ਦਾ ਰਿਸ਼ਤੇਦਾਰ ਉਸ ਦਾ ਸਾਲਾ ਉਹ ਵੀ ਰਾਜਾ ਹੀ ਹੈ ਬਹੁਤ ਤਕੜਾ ਹੈ ਭਾਈ ਸਾਹਿਬ ਨੇ ਲਿਖਿਆ ਹਜ਼ਾਰਾਂ ਹਾਥੀਆਂ ਦਾ ਬਲ ਚਲੋ ਖੈਰ ਇਹ ਤਾਂ ਬਹੁਤ ਜ਼ਿਆਦਾ ਹੋ ਗਿਆ ਹਜ਼ਾਰਾਂ ਹਾਥੀਆਂ ਦੀ ਫੌਜ ਹੋਵੇਗੀ ਉਹਦੇ ਕੋਲੇ ਬੜਾ ਤਾਕਤਵਰ ਹੋਵੇਗਾ। ਜਿਸ ਵੇਲੇ ਗੁਰੂ ਪਿਆਰੋ ਬਾਕੀ ਪਾਂਡੋ ਅਲੱਗ-ਅਲੱਗ ਕੰਮ ਕਰ ਰਹੇ ਆ ਨੌਕਰੀ ਕਰ ਰਹੇ ਆ ਜਿਵੇਂ ਭੀਮ ਚੰਦ ਲਾਂਗਰੀ ਬਣ ਗਿਆ ਜਿਹੜਾ ਅਰਜਨ ਸੀ ਗੁਰੂ ਪਿਆਰੋ ਪਾਂਡੋ ਉਸਨੇ ਇਸਤਰੀ ਦਾ ਰੂਪ ਧਾਰ ਲਿਆ ਆਪਣੇ ਭੇਸ ਨੂੰ ਬਦਲ ਕੇ ਔਰ ਰਾਜੇ ਨੂੰ ਕਹਿੰਦਾ ਮੈਂ ਤੁਹਾਡੀਆਂ ਰਾਣੀਆਂ ਨੂੰ ਰਾਜੀਆਂ ਨੂੰ ਨਾਚ ਆਦਿ ਜਿਹੜੀ ਕਲਾਕਾਰੀ ਆ ਇਸਤਰੀਆਂ ਦੀ ਉਹ ਸਿਖਾ ਦੇਵਾਂਗੀ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਦ੍ਰੋਪਦੀ ਜਿਹੜੀ ਹੈ ਉਸ ਨੂੰ ਰਾਣੀ ਦੀ ਨੌਕਰਾਨੀ ਬਣਾ ਦਿੱਤਾ ਹੈ। ਜਿਸ ਵੇਲੇ ਉਹਦਾ ਰਿਸ਼ਤੇਦਾਰ ਉਹਦਾ ਸਾਲਾ ਕਿਤੇ ਮਿਲਣ ਆਉਂਦਾ ਹੈ ਆਪਣੀ ਭੈਣ ਨੂੰ ਤੇ ਦ੍ਰੋਪਦੀ ਬੜੀ ਸੁੰਦਰ ਹੈ ਕਿਉਂਕਿ ਅਕਸਰ ਰਾਜੇ ਦੀ ਪੁੱਤਰੀ ਹੈ ਰਾਣੀ ਸੀ ਇਹ ਵੀ ਕਿਸੇ ਵੇਲੇ ਪਰ ਮਾੜੀ ਜ਼ਬਾਨ ਨੇ ਕੀ ਤੋਂ ਕੀ ਬਣਾ ਦਿੱਤਾ। ਬੰਦੇ ਦੇ ਕਰਮਾਂ ਦੀ ਗੱਲ ਕਰ ਰਹੇ ਹਾਂ ਕਿ ਮਨੁੱਖ ਦੇ ਕਰਮ ਜਿਹੜੇ ਕਰਦਾ ਹੈ ਇਹਨੂੰ ਭੋਗਣੇ ਪੈਂਦੇ। ਜਿਵੇਂ ਪਾਤਸ਼ਾਹ ਜੀ 7 ਘਰੇ ਨਗਰ ਵਿੱਚ ਗਏ ਸੀਗੇ
ਉੱਥੇ ਇੱਕ ਸੇਠ ਦੀ ਹਾਲਤ ਵੇਖ ਕੇ ਉਹਨੂੰ ਧੀਰਜ ਵੀ ਦੇ ਰਹੇ ਆ ਤੇ ਕੁਝ ਪੁਰਾਣੀਆਂ ਉਦੋਂ ਵੱਡੀਆਂ ਦੁੱਖ ਭਰੀਆਂ ਕਹਾਣੀਆਂ ਸੁਣਾ ਕੇ ਉਸ ਨੂੰ ਦੱਸਦੇ ਆ ਕਿ ਕਰਮਾਂ ਦੀ ਗੜੀ ਬੜੀ ਜਿਹੜੀ ਵਿਸ਼ਾਲ ਹੈ, ਇਹ ਕਰਮ ਭੋਗਣੇ ਹੀ ਪੈਂਦੇ ਹਨ। ਭੋਗੈ ਬਿਨ ਭਾਗੈ ਨਹੀਂ, ਕਰਮਨ ਗਤੀ ਵਿਸ਼ਾਲ। ਤਾਂ ਗੁਰੂ ਪਿਆਰਿਓ, ਉੱਥੇ ਪਾਤਸ਼ਾਹ ਜੀ ਨੇ ਪਿਛਲੀਆਂ ਕਈ ਕਹਾਣੀਆਂ ਨੂੰ ਇੱਕ ਸ਼ਬਦ ਵਿੱਚ ਬੰਨ੍ਹਿਆ। ਸਹੰਸਰਦਾਨ ਦਾ ਇੰਦਰ ਰਵਾਇਆ, ਪਰਸੁਰਾਮ ਰੋਵੈ ਕਰ ਆਇਆ। ਰੋਵੈ ਪਾਂਡਵ ਭਏ ਮਜੂਰ, ਜਿਨ ਕੇ ਸੁਆਮੀ ਰਹਿਤ ਹਦੂਰ। ਰੋਵੈ ਜਨਮੇਜਾ ਕੋਇ ਗਇਆ, ਏਕੀ ਕਾਰਨ ਪਾਪੀ ਭਇਆ। ਰੋਵੈ ਸੇਖ ਮਸਾਇਕ ਪੀਰ, ਅੰਤ ਕਾਲ ਮਤ ਲਾਗੈ ਭੀੜ। ਏਦਾਂ ਧੀਰਜ ਦਿੰਦੇ ਆ, ਨਾਲੇ ਗਿਆਨ ਦਿੰਦੇ ਆ, ਖੈਰ ਅੱਗੇ ਚੱਲਦੇ ਆ। ਜਿੱਥੇ ਪਾਂਡਵਾਂ ਨੂੰ ਵੀ ਰੋਣਾ ਪਿਆ, ਇਸ ਕ੍ਰੀਚਕ ਨੇ ਆ ਕਰਕੇ ਉਸ ਰਾਣੀ ਆਪਣਾ ਨੌਕਰਾਣੀ ਬਣੀ ਹੋਈ ਦ੍ਰੋਪਦੀ ਤੇ ਗਲਤ ਅੱਖ ਰੱਖੀ ਆ ਔਰ ਉਸ ਦੀ ਬੇਅਦਬੀ ਕਰਨ ਦੀ ਸੋਚੀ ਆ। ਦ੍ਰੋਪਦੀ ਭੱਜ ਕੇ ਵਿਰਾਟ ਰਾਜੇ ਦੇ ਰਾਜ ਵਿੱਚ ਆਉਂਦੀ ਆ, ਭਾਵ ਉਹਨਾਂ ਦੀ ਸਭਾ ਚ ਆਉਂਦੀ ਆ, ਉਸ ਨੂੰ ਬਚਾਉਣ ਵਾਸਤੇ ਬੇਨਤੀ ਕਰਦੀ ਆ, ਪਰ ਉਹ ਅੱਗੋਂ ਕੁਝ ਕਰ ਨਹੀਂ ਸਕਦਾ। ਕਹਿੰਦੇ ਇਹਦਾ ਸਾਲਾ ਬੜਾ ਤਕੜਾ ਸੀ, ਤਾਕਤਵਰ ਸੀ ਸਰੀਰ ਕਰਕੇ ਵੀ, ਜਿਵੇਂ ਦੂਜੇ ਪਾਸੇ ਭੀਮਚੰਦ ਤਕੜਾ ਸੀ ਉਵੇਂ ਇਧਰੇ ਤਕੜਾ ਸੀ। ਉਸ ਵੇਲੇ ਕਹਿੰਦੇ ਰਾਜੇ ਦੀ ਸਭਾ ਵਿੱਚ 5 ਪਾਂਡਵ ਵੀ ਬੈਠੇ ਆ। ਅੱਜ ਦ੍ਰੋਪਦੀ ਦੇ ਦੂਜੀ ਵਾਰ ਹਮਲਾ ਹੋਇਆ, ਪਹਿਲੀ ਵਾਰ ਦੁਰਯੋਧਨ ਦੀ ਸਭਾ ਦੇ ਵਿੱਚ ਹੋਇਆ, ਜਿੱਥੇ ਗੁਰੂ ਪਿਆਰਿਓ ਪਾਂਡਵ ਉਸ ਨੂੰ ਬਚਾ ਨਾ ਸਕੇ, ਕਿਉਂਕਿ ਪਾਂਡਵਾਂ ਨੇ ਖੁਦ ਹੀ ਤੁਹਾਨੂੰ ਜੂਏ ਦੇ ਵਿੱਚ ਦਾਅ ਤੇ ਲਾਇਆ। ਔਰ ਅੱਜ ਦੂਜੀ ਵਾਰ ਹਮਲਾ ਕ੍ਰੀਚਕ ਨੇ ਕੀਤਾ, ਜੋ ਵਿਰਾਟ ਰਾਜੇ ਦਾ ਸਾਲਾ ਹੈ, ਕਿ ਰਾਜਾ ਵੀ ਉਹਨੂੰ ਰੋਕ ਨਹੀਂ ਸਕਿਆ ਤੇ ਸਾਹਮਣੇ ਗੁਰੂ ਪਿਆਰੋ ਪਾਂਡਵ ਵੀ ਬੈਠੇ ਆ। ਭੀਮਚੰਦ ਕਚੀਚੀਆਂ ਤਾਂ ਵੱਟਦਾ ਉਹਨੂੰ ਫੜਨ ਵਾਸਤੇ, ਪਰ ਫਿਰ ਉਹਦਾ ਭਰਾ ਯੁਧਿਸ਼ਟਰ ਰੋਕ ਦਿੰਦਾ ਵੀ ਚੁੱਪ ਕਰ ਜਾ, ਆਪਣਾ ਭੇਤ ਨਾ ਖੁੱਲ ਜਾਵੇ ਕਿਤੇ। ਕ੍ਰੀਚਕ ਉਸ ਦ੍ਰੋਪਦੀ ਨੂੰ ਸਭਾ ਦੇ ਵਿੱਚੋਂ ਖਿੱਚਦਾ ਹੋਇਆ ਲੈ ਕੇ ਜਾਂਦਾ ਹੈ ਤੇ ਦ੍ਰੋਪਦੀ ਲਾਂਟਾ ਪਾਉਂਦੀ ਹੈ ਵਿਰਾਟ ਰਾਜੇ ਨੂੰ ਵੀ ਤੂੰ ਕਾਹਦਾ ਰਾਜਾ, ਤੇਰੀ ਸਭਾ ਦੇ ਵਿੱਚ ਇੱਕ ਇਸਤਰੀ ਦੀ ਬੇਇੱਜ਼ਤੀ ਹੋ ਰਹੀ ਹੈ। ਅੱਜ ਵੀ ਤਾਂ ਉਹੀ ਕੁਝ ਹੋ ਰਿਹਾ ਹੈ, ਭਾਵੇਂ ਕਿ ਭਾਰਤ ਦੇ ਲੋਕ ਹਰ ਸਾਲ ਰਾਵਣ ਦਾ ਪੁਤਲਾ ਫੂਕਦੇ ਆ, ਪਰ ਆਪ ਕਿਹੜਾ ਸੁਧਰ ਗਏ। ਰਾਵਣ ਦਾ ਪੁਤਲਾ ਤਾਂ ਫੂਕਦੇ ਆ ਵੀ ਰਾਵਣ ਨੇ ਕਿਸੇ ਦੀ ਇਸਤਰੀ ਚੱਕੀ ਸੀ, ਤੇ ਆਪ ਵੀ ਤਾਂ ਅੱਜ ਸਾਰਿਆਂ ਦੀ ਗੱਲ ਨਹੀਂ ਕਰਦਾ, ਵਿੱਚ ਵਿੱਚ ਹੈਗੇ ਆ। ਜਿਵੇਂ ਮਣੀਪੁਰ ਦਾ ਹਮਲਾ ਹੋਇਆ ਗੁਰੂ ਪਿਆਰੋ, ਉੱਥੇ ਵੀ ਤਾਂ ਭਾਰਤ ਵਾਸੀ ਹੈ, ਕੋਈ ਸਤਨਾਮ। ਇਹੋ ਜਿਹੀਆਂ ਘਟਨਾਵਾਂ ਬਹੁਤ ਥਾਵਾਂ ਤੇ ਹੁੰਦੀਆਂ। ਰਾਜਸਥਾਨ ਦੇ ਵਿੱਚ ਵੀ ਜੇ ਕੋਈ ਇਸਤਰੀ ਕੋਈ ਬਹੁਤੀ ਵੱਡੀ ਗਲਤੀ ਕਰ ਲਵੇ ਤੇ ਉਸ ਦੇ ਨਾਲ ਪੰਚਾਇਤ ਜਿਹੜੀ ਹੁੰਦੀ ਹੈ ਰਾਜਸਥਾਨ ਦੀ, ਉਹ ਇਹ ਹੁਕਮ ਕਰਦੀ ਹੈ ਕਿ ਇਸ ਨੂੰ ਪਿੰਡ ਵਿੱਚ ਘੁਮਾਇਆ ਜਾਵੇ ਇਸ ਤਰ੍ਹਾਂ ਕਰਕੇ। ਇਸ ਕਰਕੇ ਗੁਰੂ ਪਿਆਰਿਓ, ਧੰਨ ਗੁਰੂ ਨਾਨਕ ਦੀ ਕਿਰਪਾ ਹੈ ਤਾਂ ਪੰਜਾਬ ਦੇ ਲੋਕਾਂ ਤੇ, ਜਿਨ੍ਹਾਂ ਨੂੰ ਦੱਸਿਆ ਕਿ ਇਸਤਰੀ ਮਨੁੱਖ ਤੋਂ ਘੱਟ ਨਹੀਂ ਹੈ। ਤੋ ਖੈਰ ਆਪਾਂ ਅੱਗੇ ਚੱਲਦੇ ਹਾਂ। ਪਾਂਡਵ ਤਾਂ ਰੋਏ ਰੋਏ, ਕ੍ਰੀਚਕ ਦਾ ਕੀ ਹਾਲ ਹੋਇਆ, ਜਿਹੜਾ ਆਪਣੇ ਆਪ ਨੂੰ ਹਜ਼ਾਰਾਂ ਹਾਥੀਆਂ ਦੀ ਤਾਕਤ ਵਾਲਾ ਸਮਝਦਾ ਸੀ। ਅੱਜ ਵੀ ਦੇਖਦੇ ਆ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੋਹਰਾ ਕ੍ਰੀਚਕ ਧਾਇਓ ਸੰਗਤ ਹੈ, ਪਤਰੀ ਸਭਾ ਮਜਾਰ। ਜਿਸ ਵੇਲੇ ਦ੍ਰੋਪਦੀ ਰਾਣੀ ਵਿਰਾਟ ਦੀ ਰਾਣੀ ਕੋਲੋਂ ਭੱਜ ਕੇ ਰਾਜੇ ਦੀ ਸਭਾ ਵਿੱਚ ਆਉਂਦੀ ਹੈ, ਮਗਰੇ ਹੀ ਕ੍ਰੀਚਕ ਭੱਜ ਕੇ ਆਉਂਦਾ ਹੈ। ਮਹਾਬਲੀ ਤੈ ਜਾਣ ਕੇ ਲਿਪਤ ਨ ਕਹਿ ਹਟਕਾਰ। ਔਰ ਉੱਥੀ ਉਹ ਰੋਂਦੀ ਹੈ, ਬਿਲਕਦੀ ਹੈ, ਰਾਜਾ ਸਾਹਿਬ ਮੈਨੂੰ ਬਚਾਓ। ਪਰ ਰਾਜਾ ਵਿਰਾਟ ਜਿਹੜਾ ਹੈ, ਉਹ ਇਸ ਨੂੰ ਮਹਾਬਲੀ ਜਾਣ ਕੇ ਕੁਝ ਕਹਿ ਨਹੀਂ ਸਕਿਆ, ਰੋਕ ਨਹੀਂ ਸਕਿਆ। ਚੌਪਈ ਕੁੰਜਰ ਲਤਾ ਕਰਕ ਜੋਲੀਨੀ, ਕਹਿ ਕੇ ਲਾਤ ਪ੍ਰਹਾਰਨ ਕੀਨੀ। ਔਰ ਗੁਰੂ ਪਿਆਰਿਓ, ਜਿਵੇਂ ਹਾਥੀ ਜੰਗਲਾਂ ਦੇ ਵਿੱਚ ਬੇਲਾਂ ਨੂੰ ਸੁਣ ਨਾਲ ਫੜ ਕੇ ਖਿੱਚ ਕੇ ਤੋੜ ਦਿੰਦਾ, ਐਸੇ ਹੀ ਤਾਕਤ ਦੇ ਨਾਲ ਇਸ ਨੇ ਆ ਕੇ ਫਿਰ ਦ੍ਰੋਪਦੀ ਨੂੰ ਫੜਿਆ, ਲੱਤ ਮਾਰੀ ਆ ਉਸਦੇ। ਭੀਮ ਬਲੋਕਤ ਰਿਸੁਰ ਭਰਾ, ਅਰਨ ਬਲੋਚਨ ਆਨਨ ਕਰਾ। ਭੀਮ ਨੂੰ ਗੁੱਸਾ ਆ ਗਿਆ, ਅੱਖਾਂ ਲਾਲ ਕਰਦਾ ਹੈ, ਚਿਹਰਾ ਲਾਲ ਕਰਕੇ ਉਸ ਕ੍ਰੀਚਕ ਨੂੰ ਫੜਨਾ ਚਾਹੁੰਦਾ ਹੈ। ਧਰਮਜ ਵਰਜੋ ਨੈਣ ਸੈਨਾ, ਪ੍ਰਗਟ ਹੋਣ ਡਰ ਬੋਲ ਨ ਬੈਨਾ। ਪਰ ਯੁਧਿਸ਼ਟਰ ਨੇ ਉਹਨੂੰ ਅੱਖਾਂ ਦੇ ਇਸ਼ਾਰੇ ਨਾਲ ਰੋਕਦਾ ਰਹਿਣ ਦੇ।
ਵੇਖੀ ਕਿਤੇ महाबली बैठे पत पासु तैते गहले चले अबासु। ਔਰ ਉਹਨੂੰ ਰੋਕ ਦਿੱਤਾ ਵੀ ਤੂੰ ਰਹਿਣ ਦੀ, ਆਪਣਾ ਭੇਦ ਖੁੱਲ ਜਾਏਗਾ। ਦੇਖੋ ਮਨੁੱਖ ਜਦੋਂ ਆਪਣੀ ਜਾਨ ਤੇ ਬਾਣੀ ਆਉਂਦੀ ਹੈ ਤੇ ਫਿਰ ਸਾਰੀਆਂ ਰਿਸ਼ਤੇਦਾਰੀਆਂ ਦੋਸਤੀਆਂ ਛੱਡ ਕੇ ਆਪਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਹੈ। ਹਾਲਾਂਕਿ ਇੱਥੇ ਪਾਂਡਵਾਂ ਨੂੰ ਚਾਹੀਦਾ ਸੀਗਾ, 5 ਜਣੇ ਸੀ, ਯੋਧੇ ਸੀਗੇ ਭੀਮ ਚੰਦ ਵਰਗੇ, ਉਸੇ ਵੇਲੇ ਫੜਦੇ, ਪਰ ਆਪਣੀ ਜਾਨ ਲੁਕਾਉਂਦੇ ਹੋਏ ਬਚਾਉਂਦੇ ਹੋਏ ਉਸ ਨੂੰ ਉਸ ਦੁਸ਼ਟ ਦੇ ਹਵਾਲੇ ਹੋਣ ਦਿੱਤਾ। रोए पांडव मिलते थाई होन हार न टले टलाई। ਬਾਬਾ ਜੀ ਕਹਿੰਦੇ ਸੇਠਾ ਦੇਖ ਉਸ ਵੇਲੇ ਪਾਂਡਵ ਰੋਏ ਕਿ ਹੋਣੀ ਟਲਦੀ ਨਹੀਂ। आदक दुखी होए मन माही बिन ज्ञान कै कब सुख नाही। ਔਰ ਬੜੇ ਦੁਖੀ ਹੋਏ। ਪਾਤਸ਼ਾਹ ਕਹਿੰਦੇ ਜਿੰਨਾ ਚਿਰ ਮਨੁੱਖ ਨੂੰ ਗਿਆਨ ਨਹੀਂ ਨਾ ਹੁੰਦਾ ਉਹਨਾਂ ਚਿਰ ਇਹ ਚੰਗੇ ਮਾੜੇ ਜਦੋਂ ਕਰਮ ਕਰਦਾ ਹੈ। ਗੁਰੂ ਪਿਆਰਿਓ, ਦ੍ਰੋਪਦੀ ਦਾ ਇਹ ਕਰਮ ਉਹਨੂੰ ਕਿੱਥੋਂ ਤੱਕ ਲੈ ਗਿਆ ਜਦੋਂ ਉਹਨੇ ਯੁਧਿਸ਼ਠਰ ਨੂੰ ਕਿਹਾ ਸੀ, ਆਪਣਾ ਦੁਰਯੋਧਨ ਨੂੰ ਕਿਹਾ ਸੀਗਾ ਅੰਨਿਆਂ ਦੇ ਅੰਨੇ। ਉਹਦੀ ਇੰਨੀ ਗੱਲ ਜ਼ਬਾਨ ਚੋਂ ਨਿਕਲੀ ਹੋਈ, ਕਹਿੰਦੇ ਆ ਨਾ ਜ਼ਬਾਨ ਦੇ ਵਿੱਚ ਆਪਦੇ ਤਾਂ ਹੱਡੀਆਂ ਹੈ ਨਹੀਂ, ਪਰ ਕਹਿੰਦੀ ਜੇ ਪੁੱਠਾ ਸਿੱਧਾ ਬੋਲਿਆ ਤੇਰੀਆਂ ਹੱਡੀਆਂ ਤੜਵਾ ਦੂੰਗੀ। ਕਹੋ ਸਤਨਾਮ। ਜ਼ਬਾਨ 'ਚ ਆਪਦੇ ਹੱਡੀਆਂ ਹੈ ਨਹੀਂ, ਪਰ ਇਸੇ ਜ਼ਬਾਨ ਦੇ ਨਾਲ ਕੋਈ ਘੋੜਿਆਂ ਤੇ ਵੀ ਚੜ ਸਕਦਾ ਹੈ ਤੇ ਕਿਸੇ ਨੂੰ ਗਧਿਆਂ ਤੇ ਵੀ ਚੜਾ ਦਿੰਦੀ ਹੈ। ਇਹ ਕਰਮ ਹੈ। ਮਨ ਬਚ ਕਰਮ 3 ਥਾਵਾਂ ਤੋਂ ਬੰਦਾ ਕਰਮ ਕਰਦਾ ਹੈ, ਹੱਥ ਨਾਲ, ਮੂੰਹ ਨਾਲ, ਜਾਂ ਗੁਰੂ ਪਿਆਰੋ ਦਿਮਾਗ ਵਿੱਚ ਸੋਚ ਕੇ। ਕਿਉਂਕਿ ਸੋਚਿਆ ਹੋਇਆ ਕਰਮ, ਇਹ ਨਾ ਸੋਚਿਓ ਵੀ ਜਿਹਦੇ ਬਾਰੇ ਮੈਂ ਗਲਤ ਸੋਚਿਆ ਉਹਨੂੰ ਪਤਾ ਨਹੀਂ ਲੱਗਿਆ, ਨਹੀਂ ਲੱਗਿਆ ਤਾਂ ਨਾ ਲੱਗੇ। ਪਰ ਸਾਡੀਆਂ ਸੋਚੀਆਂ ਹੋਈਆਂ ਕਿਰਨਾਂ, ਵਾਈਬ੍ਰੇਸ਼ਨ ਇੱਥੋਂ ਨਿਕਲਦੀ ਹੈ, ਉਹਦੇ ਦਿਮਾਗ ਨਾਲ ਟਕਰਾਉਂਦੀ ਹੈ ਔਰ ਉਹ ਵੀ ਐਂਟੀ ਹੋ ਜਾਂਦਾ ਹੈ, ਐਂਟੀ ਸੋਚਣ ਵਾਲੇ ਦੇ, ਗਲਤ ਸੋਚਣ ਵਾਲੇ। ਇਸ ਕਰਕੇ ਇਹ ਬੜੀ ਸੂਖਮ ਗੱਲ ਹੈ। ਤਾਂ ਇਹ ਭਾਵੇਂ ਬੰਦਾ ਸੋਚਦਾ ਕਿਸੇ ਲਈ ਗਲਤ, ਭਾਵੇਂ ਕਰਦਾ ਹੈ ਤੇ ਭਾਵੇਂ ਬੋਲਦਾ ਹੈ, 3 ਥਾਵਾਂ ਤੋਂ ਬੀਜ ਬੀਜਿਆ ਜਾਂਦਾ ਹੈ। ਇਹਨਾਂ ਪਾਂਡਵਾਂ ਨੇ ਆਪਣੇ ਕਰਮਾਂ ਦਾ ਫਲ ਭੋਗਿਆ, ਦੁਖੀ ਹੋਏ। ਨਾ ਗਿਆਨ ਹੋਣ ਕਰਕੇ ਬੰਦਾ ਦੁਖੀ ਹੁੰਦਾ ਹੈ ਜੀ ਦੋਹਰਾ। ਇਹ ਪ੍ਰਸੰਗ ਪੂਰਨ ਕਹੋ ਸੁਣੋ ਸੰਤ ਇਤਿਹਾਸ। ਗੁਰੂ ਪਿਆਰਿਓ, ਆਓ ਉਸ ਕਰੀਚਕ ਜਿਹੜਾ ਆਪਣੇ ਆਪ ਨੂੰ ਬੜਾ ਯੋਧਾ ਸਮਝਦਾ ਸੀਗਾ, ਉਹਦੀ ਹਾਲਤ ਵੇਖੀਏ ਭਲਾ ਭੀਮ ਨੇ ਬਾਅਦ ਵਿੱਚ ਕੀ ਕੀਤਾ ਹੈ। द्रौपद सुता दुख आतुरी कहत नृपत के पास। ਤਾਂ ਦ੍ਰੋਪਦ ਸੁਦਾ, ਦ੍ਰੋਪਦ ਰਾਜੇ ਦਾ ਨਾਮ ਹੈ, ਦ੍ਰੋਪਦੀ ਉਸਦੀ ਧੀ ਦਾ ਨਾਮ ਹੈ। ਇਹ ਕਹਿੰਦੇ ਰਾਜੇ ਦੇ ਕੋਲ ਜਾ ਕੇ ਜਦ ਰੋਈ, चौपई त्रिग भूपता तू बड़ो को धर्मी डकी सबे सब तोर को कर्मी। ਤਾਂ ਗੁਰੂ ਪਿਆਰੋ, ਰਾਜੇ ਦਾ ਫਰਜ਼ ਬਣਦਾ ਹੈ ਆਪਣੇ ਰਾਜ ਦੇ ਵਾਸਤੇ ਭਲਾ ਕਰਿਆ। ਬਾਹਰਲੇ ਦੇਸ਼ਾਂ ਦੇ ਰਾਜ ਹੀ ਚੰਗੇ ਆ ਗੁਰੂ ਪਿਆਰਿਓ, ਦੇਖੋ ਕਿੰਨਾ ਕਾਨੂੰਨ ਨੂੰ ਫਾਲੋ ਕਰਦੇ ਹੈ। ਤੇ ਗੁਰੂ ਪਿਆਰਿਓ, ਉਹ ਆਪਣੇ ਕਾਨੂੰਨ ਦੇ ਮੁਤਾਬਕ ਚੱਲਦੇ ਹੋਏ ਆਪਣੀ ਜਨਤਾ ਨੂੰ ਆਪਣੀ ਜਨਤਾ ਸਮਝਦੇ ਹਨ ਔਰ ਆਪਣੀ ਜਨਤਾ ਦੇ ਆਏ ਦੁੱਖ ਨੂੰ ਤੁਰੰਤ ਸੋਚਦੇ ਆ, ਸੁਣਦੇ ਆ, ਕੰਮ ਕਰਦੇ ਆ ਉਸ ਤੇ ਜੇ ਕੋਈ ਜਨਤਾ ਨੂੰ ਮਾਰਦਾ ਹੈ, ਆਪਣੇ ਗੁਰੂ ਪਿਆਰਿਓ ਨਗਰ ਨਿਵਾਸੀਆਂ ਨੂੰ, ਆਪਣੇ ਦੇਸ਼ ਵਾਸੀਆਂ ਨੂੰ, ਭਾਵੇਂ ਕਿ ਦੂਜੇ ਦੇਸ਼ਾਂ ਵਿੱਚੋਂ ਜਾ ਕੇ ਉੱਥੇ ਰਹਿੰਦੇ ਹੋਣ, ਪਰ ਜਦ ਉਹਨਾਂ ਦੇ ਦੇਸ਼ ਵਾਸੀ ਬਣ ਗਏ ਗੁਰੂ ਪਿਆਰਿਓ, ਫਿਰ ਉਹਨਾਂ ਦੀ ਰੱਖਿਆ ਨੂੰ ਕਰਨਾ ਉਹ ਆਪਣਾ ਫਰਜ਼ ਸਮਝਦੇ ਆ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਜਿਹਦਾ ਮੌਕੇ ਦਾ ਰਾਜਾ ਹੈ, ਜੇ ਉਹ ਰਾਜਾ ਆਪਣੀ ਜਿਹੜੀ ਹੈ ਡਿਊਟੀ ਨੂੰ ਸਮਝਦਾ ਨਹੀਂ, ਆਪਣੇ ਰਾਜ ਵਿੱਚ ਕੀ ਹੋ ਰਿਹਾ ਦੇਖਦਾ ਨਹੀਂ, ਜਿਵੇਂ ਰਾਜਾ ਰਣਜੀਤ ਸਿੰਘ ਜੀ ਭੇਸ ਬਦਲ ਕੇ ਘੁੰਮਿਆ ਕਰਦੇ ਸਨ ਤੇ ਉਹ ਵੇਖਦੇ ਸੀ, ਕਿਉਂਕਿ ਸਿੱਧੀ ਤੇ ਰਾਜੇ ਕੋਲ ਮਾੜੀ ਖਬਰ ਪਹੁੰਚਦੀ ਨਹੀਂ ਜਨਤਾ ਦੇ ਦੁੱਖਾਂ ਦੀ। ਆ ਜਦੋਂ ਕੋਈ ਬਾਹਰਲਾ ਡਿਪਲੋਮੈਟ ਇੱਧਰ ਆ ਜਾਂਦਾ ਹੈ, ਬਾਹਰਲਾ ਕੋਈ ਵੱਡਾ ਅਫਸਰ, ਕੋਈ ਰਾਜ ਮੰਤਰੀ ਆ ਜਾਂਦਾ ਹੈ ਤੇ ਗੁਰੂ ਪਿਆਰਿਓ, ਦੇਸ਼ ਦੇ ਰਾਜੇ, ਦੇਸ਼ ਦੇ ਮੰਤਰੀ ਜਿਹੜੇ ਆ ਆਪਣੀਆਂ ਕਮਜ਼ੋਰੀਆਂ ਲੁਕਾਉਣ ਵਾਸਤੇ, ਜਿਹੜੇ ਗਰੀਬ ਲੋਕ ਝੌਂਪੜੀਆਂ ਵਾਲੇ ਆ, ਉਹਨਾਂ ਦੇ ਮੂਹਰੇ ਤੰਬੂ ਚਾਦਰਾਂ ਲਾ ਦਿੰਦੇ ਆ ਵੀ ਪਤਾ ਨਾ ਲੱਗੇ ਵੀ ਭਾਰਤ ਦੇਸ਼ ਦੇ ਲੋਕ ਕਿੰਨੀ ਗਰੀਬੀ ਚ ਜੀ ਰਹੇ ਆ। ਆਪਣੀਆਂ ਕਮਜ਼ੋਰੀਆਂ ਲੁਕੋ ਦਿੰਦੇ ਆ ਵੀ ਕਿਸੇ ਨੂੰ ਪਤਾ ਨਾ ਲੱਗੇ ਭਾਰਤ ਵਾਸੀ ਕਿ ਉਹਦਾ ਭਾਰਤ ਲੋਕਤੰਤਰ ਵੱਜਦਾ ਹੈ। तो खैर कहन तो भाव है कि राजे का फर्ज है, पर राजे विराट ने ਉਸ ਨੂੰ ਰੋਕਿਆ ਨਹੀਂ। स्वामी अगी दुष्ट मतवारो त्रिग तुम्हें न करत निवारो। ਔਰ ਦ੍ਰੋਪਦੀ ਰਾਜੇ ਨੂੰ ਲਾਹਨਤਾਂ ਪਾਉਂਦੀ ਹੈ, ਤੇਰੀਆਂ ਅੱਖਾਂ ਦੇ ਸਾਹਮਣੇ ਉਸ ਪਾਪੀ ਦੁਸ਼ਟ ਨੇ ਮੇਰੀ ਇੱਕ ਇਸਤਰੀ ਦੀ ਬੇਇੱਜ਼ਤੀ ਕੀਤੀ ਹੈ,
ਧਰੇਗਾ ਤੇਰੇ ਰਾਜ ਕਰਨ ਦੇ, ਤੂੰ ਉਹਨੂੰ ਰੋਕਿਆ ਨਹੀਂ। सभा बिके वैसे त्रिग तिनको, देखो चीन पयो बल जिनको। ਉਹ ਧਰੇਗਾ ਤੇਰੇ ਸਭਾਪਤੀ ਜਿਹੜੇ ਵੱਡੇ ਵੱਡੇ ਜਰਨੈਲ ਸਭਾਪਤੀ ਮੰਤਰੀ ਬਿਠਾਏ ਨੇ, ਧਰੇਗਾ ਇਹਨਾਂ ਦੇ ਬੈਠਣ ਦੇ ਕੁਰਸੀਆਂ ਤੇ, ਇਹਨਾਂ ਦੇ ਵਿੱਚ ਵੀ ਤਾਕਤ ਹੈ ਨਹੀਂ, ਕੋਈ ਕ੍ਰੀਚਕ ਨੂੰ ਰੋਕ ਨਹੀਂ ਸਕਦਾਗਾ। बहुत बोल बोलत पी बहबल, चलियो ऐचले बल कर निज थल। ਬਹੁਤ ਕੁਝ ਰਾਜੇ ਨੂੰ ਲਾਹਨਤਾਂ ਪਾਈਆਂ ਹੈ, ਪਰ ਉਹ ਗੱਲ ਹੈਗੀ ਹੈ ਆਪਦੇ ਵਾਲੀ ਸਤਿਗੁਰੂ ਪਾਤਸ਼ਾਹ ਦੇ ਇੱਕ ਸੇਵਕ ਹੋਇਆ ਸੁਖਰੇ ਸ਼ਾਹ, ਜਾਨ ਬੁੱਝ ਕੇ ਬਹਿ ਗਿਆ ਮਹਾਰਾਜ ਜੀ ਦੇ ਵੱਲ ਪਿੱਠ ਕਰਕੇ ਸਭਾ 'ਚ ਬੈਠਾ 10ਵੇਂ ਪਾਤਸ਼ਾਹ ਦੇ ਦੀਵਾਨ 'ਚ ਮੂੰਹ ਪਰਾਂ ਨੂੰ ਕਰ ਲਿਆ। ਸੰਗਤਾਂ ਨੇ ਬੜਾ ਕਿਹਾ ਵੀ ਤੂੰ ਇੱਧਰ ਮੂੰਹ ਕਰ ਮਹਾਰਾਜ ਕੰਨੀ, ਕਹਿੰਦਾ ਨਹੀਂ ਮੈਂ ਨਹੀਂ ਕਰਦਾ। ਰੌਲਾ ਪੈ ਗਿਆ ਬੈਠੇ ਬੈਠੇ ਸੰਗਤ 'ਚ। ਤਿੰਨਾਂ ਚਾਰਾਂ ਨੇ ਕਿਹਾ ਪਾਤਸ਼ਾਹ ਇੱਥੋਂ ਕਹਿੰਦੇ ਓਏ ਕੀ ਹੋ ਗਿਆ? ਮਹਾਰਾਜ ਸੁਥਰਾ ਤੁਹਾਡੇ ਕੰਨੀ ਮੂੰਹ ਨਹੀਂ ਕਰਦਾ। ਕਿਉਂ ਸੁਥਰਿਆ ਮੂੰਹ ਨਹੀਂ ਕਰਦਾ? ਕਹਿੰਦਾ ਜੀ ਨਹੀਂ ਕਰਦਾ। ਕਿਉਂ? ਤੁਸੀਂ ਖਿੱਚ ਖਿੱਚ ਕੇ ਚਪੇੜਾਂ ਮਾਰਦੇ ਹੋ, ਮੈਂ ਢੂਈ ਕਰ ਲਈ ਐ, ਸਦਕੇ ਮੇਰੀ ਢੂਈ ਦੇ ਦੋ ਪਈਆਂ ਵਿਸਰ ਗਈਆਂ, ਸਦਕੇ ਮੇਰੀ ਢੂਈ ਦੇ ਮੈਥੋਂ ਤੁਹਾਡੀਆਂ ਗੱਲਾਂ ਝੱਲੀਆਂ ਜਿੰਨੀਆਂ ਤਕੜੀ ਐ। ਸੰਗਤ ਜਿਹੜੀ ਸੁਣ ਕੇ ਇਗਨੋਰ ਕਰ ਦਿੰਦੀ ਐ, ਝੱਲ ਲੈਂਦੀ ਐ, ਭਾਵ ਗੱਲ ਮੰਨਦੇ ਨਹੀਂ ਜਿਹੜੇ ਤਕੜੇ ਆ ਉਹ ਮੇਰੇ ਨਾਲੋਂ ਮੈਥੋਂ ਨਹੀਂ ਝੱਲੀਆਂ ਜਾਂਦੀਆਂ, ਨਾ ਮੈਂ ਸੁਣਾ ਤੇ ਨਾ ਮੈਂ ਮੰਨਾਂ। ਮਤਲਬ ਉਸ ਦੀ ਹਰ ਗੱਲ ਦੇ ਵਿੱਚ ਕਈ ਨੂੰ ਸੁਥਰੇ ਸ਼ਾਹ ਸੀ, ਪਰ ਗੱਲਾਂ ਬੜੀਆਂ ਸੁਥਰੀਆਂ ਕਰਦਾ ਸੀਗਾ। ਹਰੇਕ ਗੱਲ ਦੇ ਵਿੱਚ ਕੋਈ ਨਾ ਕੋਈ ਗਿਆਨ ਦੇ ਜਾਂਦਾ। ਜਿਹੜੇ ਇਹੋ ਜਿਹੇ ਰਾਜੇ ਐ, ਪਹਿਲਾਂ ਰਾਜੇ ਹੁੰਦੇ ਸੀ, ਅੱਜ ਮੰਤਰੀ ਹੁੰਦੇ ਨੇ। ਤਾਂ ਜਿਹੜੇ ਇਹੋ ਜਿਹੇ ਮੰਤਰੀ ਆ, ਇਹੋ ਜਿਹੇ ਰਾਜੇ ਆ ਜਿਹੜੇ ਆਪਣੇ ਰਾਜ ਵਿੱਚ ਹੋ ਰਹੀ ਇਸ ਚੀਜ਼ ਨੂੰ ਰੋਕ ਨਹੀਂ ਸਕਦੇ, ਉਹਨਾਂ ਨੂੰ ਰਾਜ ਕਰਨ ਦਾ ਹੱਕ ਹੀ ਨਹੀਂ ਹੈਗਾ। ਇਸ ਤਰ੍ਹਾਂ ਦ੍ਰੋਪਦੀ ਉਹਨੂੰ ਲਾਹਨਤਾਂ ਪਾ ਰਹੀ ਹੈ, ਪਰ ਲਾਹਨਤਾਂ ਪਾਉਂਦੇ ਪਾਉਂਦੇ ਕ੍ਰੀਚਕ ਉਹਨੂੰ ਖਿੱਚ ਕੇ ਲੈ ਗਿਆ ਬਾਹੋਂ ਫੜ ਕੇ। ਸਰਬ ਦਿਸ਼ੰਤ ਆਸ ਚੁਕਾਏ, ਛੂਟਨ ਹੇਤ ਨੇ ਯਕੀਨ ਉਪਾਏ। ਹੁਣ ਗੁਰੂ ਪਿਆਰਿਓ ਦੇਖਿਆ ਵੀ ਨਾ ਤਾਂ ਮੈਨੂੰ ਪਾਂਡਵਾਂ ਨੇ ਛਡਾਇਆ ਤੇ ਨਾ ਹੀ ਮੈਨੂੰ ਜਿਹੜਾ ਹੈ ਉਸ ਰਾਜੇ ਨੇ ਛਡਾਇਆ। ਹੁਣ ਮੈਂ ਆਪ ਹੀ ਕੁਝ ਸੋਚਾਂ, ਫਿਰ ਜਿਹਨੂੰ ਅਸੀਂ ਕਹਿੰਦੇ ਆ ਕਿ ਇਸਤਰੀ ਦੇ ਚਲਿੱਤਰ, ਫਿਰ ਇਸਤਰੀ ਕੋਈ ਨਾ ਕੋਈ ਆਪਣਾ ਚਲਿੱਤਰ ਵਰਤਦੀ ਹੈ। ਹੁਣ ਤੁਰਿਆ ਜਾ ਰਿਹਾ ਖਿੱਚ ਕੇ ਉਸ ਨੂੰ ਬਾਹੋਂ ਫੜ ਕੇ, ਇਹ ਦਿਮਾਗ ਚਲਾਉਂਦੀ ਆ ਵੀ ਹੁਣ ਇਸ ਤੋਂ ਕਿਵੇਂ ਬਚਿਆ ਜਾਵੇ। ਅਰਧ ਪੰਥ ਪਹੁੰਚੀ ਜਬ ਆਏ, ਕ੍ਰੀਚਕ ਸੋ ਤਬ ਗਿਰਾ ਅਲਾਏ। ਜਦੋਂ ਅੱਧਾ ਰਸਤਾ ਤੈਅ ਕਰ ਲਿਆ, ਇਹਨਾਂ ਲੋਕਾਂ ਤੋਂ ਦੂਰ ਲੈ ਗਿਆ, ਕਹਿੰਦੀ ਗੱਲ ਸੁਣ, ਮੈਨੂੰ ਪਤਾ ਤੂੰ ਮੈਨੂੰ ਛੱਡਦਾ ਤਾਂ ਹੈ ਨਹੀਂ। ਇੱਥੇ ਉਹਨੇ ਇੱਕ ਚਲਿੱਤਰ ਵਰਤਿਆ ਆਪਣੇ ਬਚਣ ਵਾਸਤੇ, ਬਚਤ ਵਾਸਤੇ ਕੋਈ ਵੀ ਇੰਤਜ਼ਾਮ ਕਰ ਲੈਣਾ, ਕੋਈ ਮਾੜੀ ਗੱਲ ਨਹੀਂ ਹੈ। ਕਹਿਣ ਲੱਗੀ ਗੱਲ ਸੁਣ, ਚੱਲ ਮੈਂ ਮੰਨ ਲਈ ਤੇਰੀ ਗੱਲ, ਤੂੰ ਮੇਰੇ ਨਾਲ ਜੋ ਕਰੇਗਾ ਠੀਕ ਹੈ, ਪਰ ਐਂ ਕਰ ਹੁਣ ਤੂੰ ਮੈਨੂੰ ਛੱਡ ਦੇ। ਦੋਹਰਾ ਜਬ ਜਾਮਣ ਹੋਵੇ ਤਿਮਰ ਮਿਲੋ, ਤਬ ਤੁਮ ਆਏ। ਐਂ ਕਰੀ ਹੁਣ ਤੂੰ ਮੈਨੂੰ ਛੱਡ ਦੇ, ਮੈਨੂੰ ਘਰੇ ਜਾਣ ਦੇ, ਮੈਂ ਆਪੇ ਹੀ ਅੱਧੀ ਰਾਤ ਨੂੰ ਜਦੋਂ ਹਨੇਰਾ ਜਾ ਹੋ ਗਿਆ ਆ ਜਾਵਾਂਗੇ। ਤਜੀ ਅਬ ਮੋਕੋ ਦਿਵਸ ਨਿਜ ਸੰਕੇਤ ਬਤਾਏ। ਔਰ ਮੈਂ ਤੈਨੂੰ ਥਾਂ ਦੱਸਦੀ ਆ, ਤੂੰ ਉੱਥੇ ਆ ਜੀ। ਕਈ ਵਾਰੀ ਪੁਲਿਸ ਵਾਲੇ ਨੂੰ ਚੋਰ ਫੜਨ ਵਾਸਤੇ ਵੀ ਇਹੋ ਜਿਹਾ ਚਲਿੱਤਰ ਕਰਨਾ ਪੈਂਦਾ ਉਸ ਨੂੰ, ਜਿਹੜੇ ਫਰੋਤੀਆਂ ਮੰਗਦੇ ਆ। ਉਹਨੂੰ ਕਹਿੰਦੇ ਐਂ ਕਰ ਤੂੰ ਫਲਾਣੇ ਥਾਂ ਆ ਜਾ, ਅਸੀਂ ਬੰਦਾ ਭੇਜਦੇ ਆ, ਪੈਸੇ ਦੇ ਕੇ ਉੱਥੇ ਲੈ ਲਾ ਫੜ ਲਾ, ਪਰ ਇੰਤਜ਼ਾਮ ਸਾਰਾ ਕਰ ਲੈਂਦੇ ਆ ਉਦੋਂ ਪਹਿਲਾਂ। ਤਾਂ ਇਹ ਕਹਿਣ ਲੱਗੀ ਚੱਲ ਕੋਈ ਗੱਲ ਨਹੀਂ, ਮੈਂ ਆ ਜਾਊਂਗੀ, ਤੂੰ ਹੁਣ ਮੈਨੂੰ ਛੱਡ ਦੇ, ਦਿਨ ਖੜਾ, ਲੋਕਾਂ ਨੂੰ ਤੇਰਾ ਵੀ ਬੇਇੱਜ਼ਤੀ ਆ ਮੇਰੀ ਵੀ, ਤੇ ਮੈਨੂੰ ਛੱਡ ਦੇ, ਮੈਂ ਫਿਰ ਆ ਜਾਵਾਂਗੀ। ਚੌਪਈ ਇਸ ਵਿਦ ਸੁਣ ਕ੍ਰੀਚਕ ਹਰਖਾਨਾ, ਬਿਕਸ ਬਦਨ ਤੇ ਬਚਨ ਬਖਾਨਾ। ਔਰ ਇਹਦੇ ਚਲਿੱਤਰ ਨੂੰ ਸਮਝ ਨਹੀਂ ਸਕਿਆ, ਹੱਸ ਪਿਆ, ਹੱਥ ਵੀ ਢਿੱਲਾ ਛੱਡਤਾ ਵੀ ਹੁਣ ਨਹੀਂ ਭੱਜਦੀ। ਨੇਸਾ ਹੋਤ ਸੁਨੀ ਚਟ ਸਾਰੂ, ਤਾਹਾ ਆਏ ਮਿਲ ਮੋਹਿ ਸਗਾਰੂ। ਉਹ ਕਹਿੰਦੀ ਦੱਸ ਫਿਰ ਕਿੱਥੇ ਮਿਲਾਂ? ਕਹਿੰਦਾ ਵੀ ਰਾਤ ਨੂੰ ਨਾ ਜਵਾਕਾਂ ਦੇ ਸਕੂਲ ਖਾਲੀ ਹੁੰਦੇ ਆ, 4 ਸਾਲ ਹੁੰਦੀ ਆ ਸਕੂਲ, 4 ਸਾਲ ਜਿੱਥੇ ਚੇਲੇ ਪੜ੍ਹਦੇ ਹੁੰਦੇ। ਕ੍ਰੀਚਕ ਕਹਿੰਦਾ ਰਾਤ ਨੂੰ ਆ ਸਕੂਲ 'ਚ ਕੋਈ ਨਹੀਂ ਹੋਣਾ, ਮਾਸਟਰ ਪੰਡਤ ਚੇਲੇ ਚਲੇ ਜਾਣਗੇ, ਇੱਥੇ ਆ ਜੀ। ਜੇ ਜਾਮਣ ਕੋ ਨੈ ਤੁਮ ਆਏ, ਭੌਰ ਭਈ ਤਿਉ ਲਿਓ ਗਹਾਈ। ਇਹ ਤੂੰ ਨਾ ਆਈ ਤੇ ਫਿਰ ਮੈਂ ਤੈਨੂੰ ਕੱਲ ਨੂੰ ਜਾ ਕੇ ਫੜ ਲਵਾਂਗਾ। ਛੂਟੀ ਸਿੰਘ ਤੇ ਮਿਰਗੀ ਜੈਸੇ, ਗਮਣਿਓ ਸਦਨ ਵਿਖੇ ਤਜ ਤੈਸੇ। ਸ਼ੁਕਰ ਹੈ 100 ਵਾਰੀ ਪਰਮੇਸ਼ਰ ਦਾ ਸ਼ੁਕਰੀਆ ਕੀਤਾ, ਮੌਕੇ ਤੇ ਦਿਮਾਗ ਦੇ ਵਿੱਚ ਗੱਲ ਆ ਗਈ। ਅਕਬਰ ਵੀਰਵਾਲ ਨੂੰ ਕਹਿੰਦਾ ਵੀ ਐਂ ਦੱਸ ਹਥਿਆਰ ਕਿਹੜਾ ਸਹੀ ਆ, ਕਿਹੜਾ ਚੰਗਾ, ਬੰਦੇ ਨੂੰ ਕਿਹੜਾ ਹਥਿਆਰ ਰੱਖਣਾ ਚਾਹੀਦਾ। ਉਹ ਕਹਿੰਦਾ ਜਿਹੜਾ ਹਥਿਆਰ ਮੌਕੇ ਤੇ ਕੰਮ ਆ ਜੇ। ਕਹਿੰਦੇ ਵੀ ਇਹ ਕੀ ਗੱਲ ਹੋਈ? ਹਥਿਆਰ ਉਹੀ ਆ ਜਿਹੜਾ ਮੌਕੇ ਤੇ ਕੰਮ ਆ ਗਿਆ, ਉਹ ਹਥਿਆਰ ਹੈ। ਕਹਿੰਦਾ ਇਹ ਕਿਵੇਂ ਹੋ ਸਕਦਾ? ਤਜਰਬਾ ਕਰਾ।
ਕਹਿਣ ਲੱਗੇ ਠੀਕ ਆ। ਇੱਕ ਦਿਨ ਰਾਜਾ ਤੁਰਿਆ ਜਾ ਰਿਹਾ ਹਾਥੀ ਤੇ ਸਵਾਰ, ਤਾਂ ਗੁਰੂ ਪਿਆਰਿਓ ਰਸਤੇ ਦੇ ਵਿੱਚ ਗੁਰੂ ਪਿਆਰਿਓ ਇੱਕ ਕਤੂਰਾ ਆ ਗਿਆ, ਕਤੂਰਾ ਕੁੱਤੇ ਦਾ। ਚੱਕ ਕੇ ਬੀਰਬਲ ਨੇ ਕਤੂਰਾ ਉਹਦੇ ਮੱਥੇ 'ਚ ਮਾਰਿਆ ਤੇ ਹਾਥੀ ਭੱਜ ਲਿਆ ਡਰਦਾ ਹੋਇਆ ਵੀ ਆਹ ਕਿਉਂ ਉਹਨੇ ਚੀਂ ਕੀਤੀ। ਹੁਣ ਕੁੱਤੇ ਦਾ ਕੋਈ ਜ਼ੋਰ ਤਾਂ ਹੈ ਨਹੀਂ ਕਤੂਰੇ ਦਾ, ਪਰ ਜਦੋਂ ਚਾਣ ਤੱਕ ਮੱਥੇ 'ਚ ਵੱਜਿਆ ਚੀਂ ਕੀਤੀ ਤੇ ਗੁਰੂ ਪਿਆਰਿਓ ਹਾਥੀ ਭੱਜ ਲਿਆ। ਮਸਾਂ ਕੰਟਰੋਲ ਕੀਤਾ ਮਹਾਬਤ ਨੇ। ਮੁੜ ਕੇ ਅਕਬਰ ਕਹਿੰਦਾ ਓਏ ਤੂੰ ਆਹ ਕੀ ਕੀਤਾ? ਮਾਰਤਾ ਸੀ ਮੈਨੂੰ, ਕਤੂਰਾ ਮਾਰਿਆ ਵਿੱਚ। ਕਹਿੰਦਾ ਨਹੀਂ, ਇਹ ਤੇਰੀ ਗੱਲ ਦਾ ਜਵਾਬ ਸੀਗਾ। ਤੂੰ ਪਰਸੋਂ ਚੌਥੇ ਪੁੱਛਦਾ ਸੀ ਹਥਿਆਰ ਕਿਹੜਾ ਚੰਗਾ, ਮੈਂ ਕਿਹਾ ਜਿਹੜਾ ਮੌਕੇ ਤੇ ਕੰਮ ਆ ਜੇ। ਤੇ ਦੇਖ ਫਿਰ ਮੈਂ ਕਤੂਰਾ ਮਾਰਿਆ ਤੇ ਮੌਕੇ ਤੇ ਹਾਥੀ ਨੂੰ ਭਜਾਤਾ। ਕਹੋ ਸਤਨਾਮ ਦੀ ਵਾਹਿਗੁਰੂ। ਮੌਕੇ ਤੇ ਜਿਹੜੀ ਗੱਲ ਕੰਮ ਆ ਗਈ ਉਹ ਹਥਿਆਰ ਬਣ ਗਿਆ। ਇਹਨੇ ਮੌਕਾ ਸੰਭਾਲ ਲਿਆ, ਉਹ ਤੋਂ ਖਹਿੜਾ ਛਡਾ ਲਿਆ। ਕਹਿੰਦੇ ਘਰੇ ਆ ਗਈ ਐ। ਦੇਖਰੇ ਬਾਰ ਬਦਨ ਕੁਮਲਾਨੋ ਕਰਿਓ ਤਮੀ ਪਤ ਡਮ ਮੈਂ ਮਾਨੋ। ਮੁੜਕੋ ਮੁੜਕੀ ਹੋਈ ਬਾਲ ਖਿੰਡ ਕੇ ਭੱਜ ਦੌੜ ਦੇ ਵਿੱਚ ਘਰੇ ਆਈ ਆ। ਸੂਕੇ ਆਦਰ ਸਿਤਲ ਸਬੰਗ ਲਪਟ ਧੂਲ ਤਨ ਪਿਓ ਕੁਰੰਗ। ਮੂੰਹ ਸੁੱਕਿਆ ਪਿਆ ਹੈ ਇਸ ਕਰਕੇ ਜਦੋਂ ਇਹ ਵਾਪਸ ਆਉਂਦੀ ਹੈ। ਦੋਹਰਾ ਪੂਪੋਠਾ ਸਭ ਸਭਾ ਸੋ ਹੋਤ ਪਈ ਜਬਰੈਨ। ਰਾਜਾ ਵਿਰਾਟ ਵੀ ਘਰ ਨੂੰ ਚਲਿਆ ਗਿਆ ਹੈ, ਰਾਤ ਪੈ ਗਈ ਆ। ਉਰਤੇ ਸੂਰ ਪਾਂਡਵ ਗਏ ਜੈ ਜੈ ਤਿਨ ਕੇ ਐਨ। ਜਿਹੜੇ ਪਾਂਡਵਾਂ ਨੂੰ ਜਿਹੜੇ ਕਮਰੇ ਮਿਲੇ ਸੀ ਰਹਿਣ ਵਾਸਤੇ ਉਹ ਆਪੋ ਆਪਣੇ ਕਮਰਿਆਂ ਵਿੱਚ ਚਲੇ ਗਏ। ਦ੍ਰੋਪਦੀ ਦਾ ਖਿਆਲ ਹੀ ਛੱਡ ਦਿੱਤਾ ਹੈ। ਸੋ ਪਈ ਭੋਜਨ ਕਰਨ ਹੁਤੀ ਜੈ ਥਾਈ ਬੈਠਿਓ ਭੀਮ ਤਾਹ ਪੁਛਤਾਈ। ਔਰ ਭੀਮ ਚੰਦ ਜਿਹੜਾ ਹੈ ਆਪਣੇ ਲੰਗਰ ਦੇ ਵਿੱਚ ਹੀ ਉਹਨੂੰ ਥਾਂ ਮਿਲਿਆ ਰਾਤ ਕੱਟਣ ਵਾਸਤੇ। ਉਹ ਉੱਥੇ ਬੈਠਾ ਪਛਤਾ ਰਿਹਾ ਹੈ ਵੀ ਬਹੁਤ ਮਾੜੀ ਹੋਈ। ਹੋਏ ਤਿਮਰ ਦ੍ਰੋਪਦੀ ਆਏ ਰੋਏ ਭੀਮ ਕੇ ਗਲ ਲਪਟਾਏ। ਔਰ ਆ ਕੇ ਭੀਮ ਦੇ ਗਲ ਲੱਗ ਕੇ ਰੋਣ ਲੱਗੀ ਕਿ ਦੇਖੋ ਮੇਰੀ ਬੇਅਦਬੀ ਹੋ ਜਾਣੀ, ਚਲੋ ਬਚ ਗਈ ਮੈਂ ਆਪਦੀ ਜੁਗਤੀ ਨਾਲ। ਭਾਵੇਂ ਕਿ ਖਿੱਚ ਤੋੜ ਬਹੁਤ ਕੀਤੀ ਉਸਨੇ, ਪਰ ਮੈਂ ਖਿੱਚ ਕਰਾਂਗਾ। ਲਾਈ ਬਹੁ ਦੇਰ ਕਹਿ ਦੋ ਮਤ ਗਈ ਫੇਰ ਬੈਠੇ ਚੁੱਕ ਚੁੱਕ ਹਰ ਬੜੋ ਜਹਾਂ ਤੁਮ ਛਾਇਓ ਹੈ। ਇਸ ਤਰ੍ਹਾਂ ਗੁਰੂ ਪਿਆਰਿਓ ਹੁਣ ਉਹ ਉਡੀਕ ਰਿਹਾ ਹੈ ਤੇ ਇਤਨੇ ਸਮਾਂ ਹੋ ਗਿਆ ਹੈ। ਸੋਚੀ ਜਾਂਦਾ ਹੈ, ਝੁਕ ਝੁਕ ਕੇ ਵੇਖਦਾ ਬਾਹਰ ਨਿਕਲ ਕੇ ਕਮਰੇ ਤੋਂ ਵੀ ਆਉਂਦੀ ਹੈ ਕਿ ਨਹੀਂ। और बड़ी देर हो गई है। सवैया भीम जब दियो पग खरका सुनत पियो जानी सुख दैनी अब मेरे डिग आई है। ਜਦੋਂ ਭੀਮ ਚੰਦ ਗਿਆ ਤੇ ਉਹਦੇ ਪੈਰਾਂ ਦਾ ਖੜਕਾ ਹੋਇਆ, ਹਨੇਰਾ ਹੋ ਗਿਆ ਸੀ, ਦਿਸਦਾ ਨਹੀਂ ਹੈ। ਇਸ ਕਰਕੇ ਹਨੇਰੇ ਦੇ ਵਿੱਚ ਹੀ ਇਹ ਸੋਚਦਾ ਕਿ ਸ਼ਾਇਦ ਆਉਂਦੀ ਆ। रिते हर काय निज अंग में न माए अब करो काम कीन मिल पई मन भाई है। और आ गई है, ਹੁਣ ਮਨ ਵਿੱਚ ਬੜਾ ਖੁਸ਼ ਹੋ ਰਿਹਾ ਹੈ। गए ते समीप हाथ गहन चलायो हाथ ताको गहनी नो खेच रहो ना चुराई है। और गुरु प्यारिओ ਉਹਨੇ ਐਡਾ ਹੱਥ ਕੀਤਾ, ਉਹਦਾ ਹੱਥ ਫੜਨ ਵਾਸਤੇ ਭੀਮ ਚੰਦ ਨੇ ਉਹਦੀ ਬਾਹ ਫੜ ਲਈ ਹੈ। उठ्यो तब ठांडो पियो गोरी बीच गए हो लियो सूर पहचान्यो लगे कारण लड़ाई है। और ਇਹਨੇ ਹੱਥ ਛਡਾਉਣਾ ਚਾਹਿਆ ਵੀ ਹੱਥ ਤਾਂ ਇਸਤਰੀ ਦਾ ਲੱਗਦਾ ਨਹੀਂ, ਇਹ ਤਾਂ ਬੰਦਾ ਕੋਈ। ਇਹ ਮੰਗੇ ਤੋਂ ਉੱਠ ਖੜਿਆ, ਵੇਖਿਆ ਵੀ ਇਹ ਤਾਂ ਕੋਈ ਯੋਧਾ ਹੈ। ਇਸ ਕਰਕੇ ਗੁਰੂ ਪਿਆਰਿਓ ਉੱਠ ਕੇ ਇਹ ਲੜਾਈ ਲਈ ਤਿਆਰ ਹੋ ਗਿਆ ਵੀ ਇਹ ਤਾਂ ਕੋਈ ਬੰਦਾ ਆ ਗਿਆ, ਉਹ ਤਾਂ ਨਹੀਂ ਹੈ। मुस्त पर हार करे लगे करियार मानो कड़क लोहार जामे बल है समान को। ਇਸ ਤਰ੍ਹਾਂ ਗੁਰੂ ਪਿਆਰਿਓ ਜਦੋਂ ਹੀ ਭੀਮ ਚੰਦ ਦੇ ਵੱਲ ਉਹਨੇ ਹੱਥ ਵਧਾਇਆ ਕਿ ਸ਼ਾਇਦ ਦ੍ਰੋਪਦੀ ਆ ਗਈ, ਪਰ ਭੀਮ ਚੰਦ ਨੇ ਉਹਨੂੰ ਬਾਂਹ ਤੋਂ ਫੜ ਕੇ ਖਿੱਚ ਲਿਆ, ਮੰਜੇ ਤੋਂ ਖੜਾ ਹੋ ਗਿਆ ਹੈ। ਫਿਰ ਦੋਨਾਂ ਦੀ ਲੜਾਈ ਸ਼ੁਰੂ ਹੋ ਗਈ ਹੈ। ਮੁੱਠੀਆਂ ਇੱਕ ਦੂਜੇ ਦੇ ਮੁੱਕੇ ਮਾਰਨ ਲੱਗੇ, ਮੁਸ਼ਟ ਪ੍ਰਹਾਰ ਕਰੇ ਲੱਗੇ ਕਰਿਆਰ ਮਾਨੋ ਘਟ ਲੋਹਾਰ ਜਾਮੇ ਬਲ ਹੈ ਸਮਾਨ ਕੋ। ਦੋਨੇ ਹੀ ਯੋਧੇ ਹੈ, ਤੇ ਇਚਕ ਵੀ ਘਟਨੀ ਭੀਮ ਚੰਦ ਦੀ ਘਟਨੀ, ਦੋਨੇ ਫਿਰ ਮੁੱਕੋ ਮੁੱਕੀ ਹੋਣਾ शुरू हो गया है। कह दो गज दो सिंह सार दुल सोरी दे क्रोध बोहन हो ना पाए हो कान है। इउं फिर मुक्कियां दा खड़का होण लग्या जिवें लोहार लोहा घड़दा होवे, ਜਿਵੇਂ ਦੋ ਹਾਥੀ ਲੜਦੇ ਹੋਣ, ਜਿਵੇਂ ਦੋ ਸ਼ੇਰ ਲੜਦੇ ਹੋਣ ਗੁੱਸੇ ਦੇ ਵਿੱਚ। ਕੋਈ ਹਾਰ ਨਹੀਂ ਰਿਹਾ ਇੱਕ ਦੂਜੇ ਤੋਂ। लागत चपेट पई भिड़ने की भेट लख सो पट सहेट मन करे अभिमान को। ਇਸ ਤਰ੍ਹਾਂ ਇੱਕ ਦੂਜੇ ਦੇ ਚਪੇੜਾਂ ਮਾਰਦੇ ਆ, ਲੱਤਾਂ ਮਾਰਦੇ ਆ, ਮੂੰਹ ਤੋਂ ਬੋਲਦੇ ਆ ਤਰ੍ਹਾਂ ਤਰ੍ਹਾਂ ਦੇ ਬਚਨ।
इस तरह पर कोई भी हार नहीं रहा। लातन को मारे मुख बचन उचारे न है, दुरई लत है मरोरत है पान को। ਹੁਣ ਹਨੇਰੇ ਦੇ ਵਿੱਚ ਹੀ ਦੋਨੇ ਲੜੀ ਜਾਂਦੇ ਆ, ਮੂੰਹ ਦੋਨਾਂ ਨੂੰ ਇੱਕ ਦੂਜੇ ਦਾ ਨਹੀਂ ਦਿਸਦਾ, ਪਰ ਅੰਦਾਜ਼ੇ ਦੇ ਨਾਲ ਹੀ ਇੱਕ ਦੂਜੇ ਨੂੰ ਫੜਿਆ ਹੋਇਆ ਹੈ ਤੇ ਲੜੀ ਜਾਂਦੇ ਨੇ। सवैया जाम संग्राम प्यो जब ही पग सो, हट काय के भीम गिरायो। ਤਾਂ ਗੁਰੂ ਪਿਆਰਿਓ ਇੱਕ ਪਹਿਰ 2-3 ਘੰਟੇ ਇਹ ਲੜਦੇ ਰਹੇ ਇੱਕ ਦੂਜੇ ਦੇ ਨਾਲ। ਭੀਮ ਨੇ ਲੱਤ 'ਚ ਲੱਤ ਅੜਾ ਕੇ ਕ੍ਰੀਚਕ ਨੂੰ ਸਿੱਟ ਲਿਆ ਥੱਲੇ। क्रीचक ऊपर ता चढ़ के बहो, गोडन मार के भूम गिरायो। ਆ ਜਿਵੇਂ ਨਾ ਉਹ ਇੱਕ ਤਾਂ ਪਹਿਲਵਾਨ ਹੁੰਦੇ ਆ ਸਾਡੇ ਪਿੰਡਾਂ ਵਾਲੇ, ਉਹ ਤਾਂ ਭੁੱਲਦੇ ਆ, ਇੱਕ ਦੂਜੇ ਹੁੰਦੇ ਆ ਉਹ ਬਾਹਰਲੇ ਦੇਸ਼ਾਂ ਦੇ ਪਹਿਲਵਾਨ, ਇੱਕ ਦੂਜੇ ਨੂੰ ਮੁੱਕੇ ਮਾਰ ਮਾਰ ਕੇ ਮਾਰਨ ਵਾਲਾ ਕਰਦੇ, ਆਪਣਾ ਬੰਦਾ ਝੱਲ ਹੀ ਨਹੀਂ ਸਕਦਾ। ਐਦਾਂ ਭੀਮ ਚੰਦ ਵੀ ਤਕੜਾ ਸਿੱਧੇ ਸਿੱਧੇ ਆ ਤੇ ਗੋਡੇ ਮਾਰਦਾ, ਉਸਦੇ ਗੋਡੇ ਮਾਰ ਮਾਰ ਕੇ ਉਹਨੂੰ ਕੁੱਟ ਰਿਹਾ ਹੈ। ताओ बचाए उबे पग भीम ने, ता छतिया पर हार लगायो। ਤਾਂ ਇਸ ਤਰ੍ਹਾਂ ਦਾ ਬਣਾ ਕੇ ਭੀਮ ਚੰਦ ਨੇ ਦੋਨਾਂ ਪੈਰਾਂ ਨਾਲ ਇਹਦੀ ਛਾਤੀ ਉੱਤੇ ਛਾਲ ਮਾਰੀ ਹੈ। चोट लगे ना संभाल रहे, गिरगा जन पौन ने रूप गिरायो। ਔਰ ਇਸ ਤਰ੍ਹਾਂ ਭੀਮ ਚੰਦ ਦਾ ਜਿਹੜਾ ਹਮਲਾ ਸੀ ਉਹ ਝੱਲ ਨਾ ਸਕਿਆ, ਦੁਬਾਰਾ ਫਿਰ ਉਹ ਡਿੱਗਿਆ ਜਿਵੇਂ ਕੋਈ ਨੇਰੀ ਨੇ ਦਰਖਤ ਸਿੱਟਿਆ ਹੋਵੇ। भीम चढ़ा तय ऊपर क्रोध के हाथ, गयो सो मरोर के डारा। ਔਰ ਗੁਰੂ ਪਿਆਰਿਓ ਭੀਮ ਇਹਦੇ ਉੱਤੇ ਚੜ ਗਿਆ, ਇਹਦੀ ਇੱਕ ਬਾਹ ਮਰੋੜ ਲਈ ਹੈ। तीन पयो थल देखत है भुज, दूसर जो उरते उसो खारा। ਇੱਕ ਲੱਤ ਇੱਕ ਬਾਹ ਮਰੋੜ ਕੇ ਪੈਰ ਥੱਲੇ ਦੇ ਲਈ ਹੈ ਤੇ ਦੂਜੀ ਬਾਹ ਮਰੋੜ ਕੇ ਪੱਟ ਹੀ ਦਿੱਤੀ ਹੈ ਵਿੱਚੋਂ। ओड मरोर लियो पुन ताहे को, दीन टकाए सो छाती मजारा। ਔਰ ਫਿਰ ਬੈਠ ਕੇ ਛਾਤੀ ਤੇ ਇਸਨੇ ਇਹਦੀ ਧੌਣ ਫੜ ਕੇ ਮਰੋੜ ਦਿੱਤੀ ਹੈ। हाथ दो पग तोर भली विद पेट, मैं पाए के नीके सवारा। ਔਰ ਇਸ ਦੇ ਹੱਥ ਪੈਰ ਚੰਗੀ ਤਰ੍ਹਾਂ ਤੋੜ ਕੇ ਪੇਟ ਦੇ ਨਾਲੋਂ ਚੰਗੀ ਤਰ੍ਹਾਂ ਸਵਾਰ ਕੇ ਰੱਖ ਦਿੱਤੇ ਸਾਈਡ ਤੇ। दोहरा कर गुलाल के चाक सम, जो शतीर चटसार। ਔਰ ਗੁਰੂ ਪਿਆਰਿਓ ਜਿਹੜੀ ਬੱਚਿਆਂ ਦੀ ਸਕੂਲ ਸੀਗਾ ਨਾ, ਉਹ ਐਦਾਂ ਖਿੰਡ ਗਈ ਆ, ਸਾਰਾ ਸਮਾਨ ਅੰਦਰ ਇਹਨੇ ਲੜਾਈ ਕਰਕੇ ਜਿਵੇਂ ਘੁਮਿਆਰ ਦੇ ਭਾਂਡੇ ਖਿੜੇ ਹੋਣ। को सिर उठाए के दीन तसाए मजार। ਔਰ ਗੁਰੂ ਪਿਆਰਿਓ ਇਹਦਾ ਸਿਰ ਚੱਕ ਕੇ ਕ੍ਰੀਚਕ ਦਾ ਤੋੜਤਾ ਨਾਲੋਂ ਨਾ, ਸਿਰ ਚੱਕ ਕੇ ਇਸ ਦਾ ਉੱਤੇ ਸ਼ਤੀਰ ਹੈ, ਸ਼ਤੀਰਾਂ ਦੀ ਛੱਤ ਸੀਗੀ ਲਟੈਣਾ ਦੀ, ਉੱਤੇ ਵਿਚਾਲੇ ਮੋਰਾ ਬਣ ਜਾਂਦਾ ਹੈ, ਉਹ ਚੱਕ ਕੇ ਸਿਰ ਉੱਥੇ ਫਸਾਤਾ ਇਹਦਾ। सवैया चार घड़ी जब रहन रही, तब भीम गयो अपने कर माही। ਉਹ ਰਾਤੇ ਰਾਤੀ ਇਹ ਕੰਮ ਕਰਕੇ ਭੀਮ ਚੰਦ ਵਾਪਸ ਜਾ ਕੇ ਆਪਣੇ ਲੰਗਰ ਵਿੱਚ ਸੌਂ ਗਿਆ। देव्यो शर्म सोए रहो, पुर बीच रखी किनो सुध नाही। ਕਿਸੇ ਨੂੰ ਪਤਾ ਨਹੀਂ ਲੱਗਿਆ ਵੀ ਹੋ ਕੀ ਗਿਆ, ਕਿ ਰੀਚਕ ਵੀ ਇੰਨਾ ਤਕੜਾ ਸੀ, ਇਹਨੂੰ ਵੀ ਮਾਰਨ ਵਾਲਾ ਕੋਈ ਟੱਕਰਿਆ ਨਹੀਂ ਸੀਗਾ ਤੇ ਇਹ ਹੋਣਾ ਸੀਗਾ, ਇਹਦੀ ਵੀ ਮੌਤ ਆਈ ਸੀ ਲੱਗਦਾ। ਦੇਖੋ ਸਤਨਾਮ, ਸ੍ਰੀ ਵਾਹਿਗੁਰੂ। ਵਿਰਾਟ ਵਰਗੇ ਰਾਜੇ ਵੀ ਇਹ ਤੋਂ ਡਰਦੇ ਸੀਗੇ, ਇੰਨਾ ਤਕੜਾ ਸੀ ਇਹ। ਪਰ ਕਹਿੰਦੇ ਆ ਕੋਈ ਗੱਲ ਨਹੀਂ, ਸ਼ੇਰ ਨੂੰ ਸਵਾ ਸ਼ੇਰ ਕਦੇ ਮਿਲ ਜੂਗਾ ਤੇ ਆ ਮਿਲ ਗਿਆ ਅੱਜ। ਭੀਮ ਚੰਦ ਨੇ ਫੜ ਕੇ ਉਸ ਦਾ ਖਾਤਮਾ ਕਰ ਦਿੱਤਾ ਹੈ। ਔਰ ਦਿਨ ਚੜੇ ਤੱਕ ਇਹ ਸੁੱਤਾ ਰਿਹਾ ਹੈ, ਪਿੰਡ ਚ ਰੌਲਾ ਪੈ ਗਿਆ, ਪਰ ਪਤਾ ਨਹੀਂ ਲੱਗਿਆ ਵੀ ਕ੍ਰੀਚਕ ਨੂੰ ਮਾਰਿਆ ਤੇ ਮਾਰਿਆ ਕਿਨੇ। और भई सब लोग उठे, बिक क्रीचक पाए ना धाम जहाई। ਨਾ ਕ੍ਰੀਚਕ ਆਪਣੇ ਘਰੇ ਲੱਭਿਆ ਜਿੱਥੇ ਉਹਦਾ ਘਰ ਸੀਗਾ, ਤੇ ਨਾ ਹੀ ਗੁਰੂ ਪਿਆਰਿਓ ਵਿਰਾਟ ਦੇ ਘਰੇ ਮਿਲਿਆ, ਕਿੱਧਰ ਗਿਆ। होए हृदय बिस्मे सब ही तब, खोजन कीन भली विदताही। ਉਹ ਕ੍ਰੀਚਕ ਨੂੰ ਲੱਭਣ ਲੱਗੇ। ਪਿਆਰਿਓ ਪਿੰਡ ਵਿੱਚ ਰੌਲਾ ਪੈ ਗਿਆ ਕਿ ਕ੍ਰੀਚਕ ਕਿਤੇ ਲੱਭਦਾ ਨਹੀਂ, ਪਤਾ ਨਹੀਂ ਕਿੱਧਰ ਗਿਆ। देखियो तबे चटसार मजार, क्रोध के चाक समान बनाई। ਔਰ ਇਤਨੇ ਸਕੂਲ ਲੱਗਣ ਵਾਲਾ ਹੋ ਗਿਆ। ਜਦ ਸਕੂਲ ਵਿੱਚ ਬੱਚੇ ਤੇ ਪੰਡਤ ਮਾਸਟਰ ਆਏ ਤਾਂ ਕੀ ਵੇਖਦੇ ਆ, ਸਾਰਾ ਖਲਿਆਰਾ ਪਿਆ ਵਾ ਸਕੂਲ ਵਿੱਚ, ਤੇ ਕ੍ਰੀਚਕ ਉੱਥੇ ਟੁੱਟ ਭੱਜ ਕਰਕੇ ਲੱਤਾਂ ਬਾਹਾਂ ਅੱਡੋ ਅੱਡ ਪਈਆਂ ਤੇ ਪਿਆ, ਤੇ ਸਿਰ ਹੈ ਹੀ ਨਹੀਂ ਕੋਲੇ। आनन देख पहचानत पे सिर, तोर जो पेट के माहे टिकाई। ਔਰ ਗੁਰੂ ਪਿਆਰਿਓ ਅਖੀਰ ਪਤਾ ਲੱਗਿਆ ਕੱਪੜਿਆਂ ਕੁੱਪੜਿਆਂ ਤੋਂ
ਬਈ ਇਹ ਕ੍ਰੀਚਕ ਹੈ ਤੇ ਸਿਰ ਤਾਂ ਉਹ ਤਾਹਾਂ ਟੰਗਿਆ ਪਿਆ ਲਟੈਣ ਵਿੱਚ। ਸਾਰਿਆਂ ਨੂੰ ਪਤਾ ਲੱਗ ਗਿਆ, ਬਾਹਾਂ ਤੋੜ ਕੇ ਉਹਦੀਆਂ ਢਿੱਡ ਵਿੱਚ ਫਸਾਈਆਂ ਹੋਈਆਂ। हाथ न पावना पावत है बिस्माद पे सब जानियो न जाई। ਰੌਲਾ ਪੈ ਗਿਆ, ਕਹਿੰਦੇ ਉਹ ਸਕੂਲ ਵਿੱਚ ਬੰਦਾ ਮਾਰਿਆ ਪਿਆ, ਇਹ ਤਾਂ ਕ੍ਰੀਚਕ ਤਾਂ ਆ ਪਿਆ। ਰੌਲਾ ਪੈ ਗਿਆ ਸਾਰੇ ਪਾਸੇ। कोने हत्यो यह हो तो बड़ी अत अयुद्ध को छत लाग्यो न को। ਕਹਿਣ ਲੱਗੇ ਪਰ ਸ਼ਾਸਤਰ ਕਿਸੇ ਦੇ ਨਹੀਂ ਵੱਜਿਆ, ਕਿਉਂਕਿ ਤਲਵਾਰ ਦਾ ਚੀਰ ਹੋਰ ਸਭ, ਇਹ ਤਾਂ ਫਰ ਖਿੱਚ ਖਿੱਚ ਕੇ ਤੋੜਿਆ ਸਾਰਾ। ਕਹਿੰਦੇ ਸ਼ਾਸਤਰ ਕੋਈ ਲੱਗਿਆ ਨਹੀਂ ਸਰੀਰ ਤੇ, ਇਹਨੂੰ ਮਾਰਿਆ ਤਾਂ ਮਾਰਿਆ ਕਿਹਨੇ ਸੀ, ਐਡਾ ਤਕੜਾ ਕੌਣ ਹੋਇਆ। ਫੇਰ ਵਿਚਾਰ ਕਿਉ ਸਭਨੇ ਕਹੀ ਸਿਆੰਦਰੀ ਬਾਣੀ ਪਈ ਸਚ ਸੋ। ਫੇਰ ਗੁਰੂ ਪਿਆਰਿਓ ਉਹ ਦੁਰਯੋਧਨ ਦੀ ਦ੍ਰੋਪਦੀ ਹੈ ਜਿਹੜੀ ਇਹਨਾਂ ਦੀ, ਉਹਨੇ ਕਿਹਾ ਸੀਗਾ ਕਿ ਮੇਰੇ 5 ਰਖਵਾਲੇ ਐ ਗੰਧਰਵ ਲੋਕ ਦੇ, ਉਹ ਵਿੱਚੋਂ ਪਾੜ ਦੇਣਗੇ ਮੈਨੂੰ, ਕੋਈ ਗਲਤ ਫਲਤ ਨਾ ਬੋਲਿਓ, ਚਾਹੇ ਮੈਂ ਨੌਕਰਾਨੀ ਆ ਤੇ ਨਾਲ 5 ਰਖਵਾਲੇ ਵੀ ਐ। ਤਾਂ ਲੋਕਾਂ ਨੇ ਅੰਦਾਜ਼ਾ ਲਾ ਲਿਆ ਵੀ ਇਹ ਜ਼ਰੂਰ ਦ੍ਰੋਪਦੀ ਦੇ ਨਾਲ ਦੇ ਕਿਸੇ ਸਾਥੀ ਨੇ ਮਾਰਿਆ ਹੈ। ਗੰਧਰਵ ਰੋਈ। ਤਾਂ ਗੁਰੂ ਪਿਆਰਿਓ ਇਸ ਤਰ੍ਹਾਂ ਉਸ ਦੀ ਭੈਣ ਵੀ ਆ ਗਈ ਆ, ਉਹ ਵੀ ਰੋਣ ਲੱਗੀ ਦੋਹਰਾ। ਪ੍ਰਾਤ ਹੋਤੇ ਸਤ ਤਾਹਿ ਕੇ ਕਰੇ ਬਿਰਲਾਪ ਪੁਕਾਰ। ਉਹਦੇ ਜਿਹੜੇ ਜੀਵ ਪਰਿਵਾਰ ਦਾ ਮੈਂਬਰ ਸੀ ਸਾਰੇ, ਉਹਦੇ ਭੈਣ ਭਰਾ, ਉਹਦੀ ਘਰਵਾਲੀ ਸਾਰੇ ਬਰਲਾਪ ਕਰ ਰਹੇ ਹਨ। ਗਣ ਯੁੱਤ ਸ਼ਿੰਗਾਰ ਖੈ ਪੀਟਤ ਕਰ ਮੁਖ ਨਾਰ। ਔਰ ਉਸ ਦੀ ਘਰਵਾਲੀ ਜਿਹੜੀ ਆ ਉਹ ਸ਼ਿੰਗਾਰ ਆਦਿ ਲਾ ਕਰਕੇ ਰੋਣ ਲੱਗੀ ਐ। ਚੌਪਈ ਸ਼ੋਰ ਪਰਾ ਸਗਰੇ ਪੁਰ ਬੀਚੂ ਸੁਣ ਸੁਣ ਆਏ ਊਚ ਅਰ ਨੀਚੂ। ਔਰ ਪਿੰਡ ਵਿੱਚ ਰੌਲਾ ਪੈ ਗਿਆ, ਸਾਰੇ ਲੋਕ ਇਕੱਠੇ ਹੋਣ ਲੱਗੇ। ਸੁਸਾ ਬਿਲੋਕਤ ਚੋਕਰਤ ਹੋਈ ਗੁਣ ਗਨ ਵਰਣਨ ਕਰਕੇ ਰੋਈ। ਔਰ ਇਸ ਤਰ੍ਹਾਂ ਉਹਦੇ ਗੁਣ ਗਾਉਂਦੀ ਹੋਈ, ਮੇਰਾ ਵੱਡਾ ਭਰਾ, ਮੇਰੀ ਇੰਨਾ ਤਾਕਤਵਰ ਭਰਾ ਕਿਉਂ ਮਰ ਗਿਆ, ਕਿਹਨੇ ਮਾਰਤਾ, ਇਉਂ ਬੈਣ ਪਾ ਪਾ ਕੇ ਉਹਦਾ ਮੈਂਬਰ ਇਸਤਰੀਆਂ ਰੋਣ ਲੱਗੀਆਂ। ਮੇਰੇ ਪਰੋ ਜਬ ਮ੍ਰਿਤਕ ਦੇਖਾ ਪਿਓ ਨਾਰ ਕੋ ਬਿਰਦ ਬਸ਼ੇਖਾ। ਤਾਂ ਗੁਰੂ ਪਿਆਰਿਓ ਰਾਜਾ ਵਿਰਾਟ ਜਦ ਉਹਨੇ ਵੀ ਇਹ ਮਰਿਆ ਹੋਇਆ ਦੇਖਿਆ, ਉਹ ਵੀ ਰੋਇਆ ਔਰ ਭਇਓ ਨਾਰ ਕੋ ਬਿਰਦ ਬਸ਼ੇਖਾ। ਵਿਹੜੇ ਦੇ ਵਿੱਚ ਇਸਤਰੀਆਂ ਦਾ ਬਹੁਤ ਉੱਚੀ ਰੋਣਾ ਕਲਾਉਣਾ ਰੌਲਾ ਪੈ ਰਿਹਾ ਹੈ। ਭਰਾਤ ਦੁਸ਼ਟ ਕੇ ਕਮਤ ਵਿਚਾਰੀ ਕਾਰਨ ਮਰਨ ਸੁੰਦਰੀ ਨਾਰੀ। ਔਰ ਇਹਦੇ ਭਰਾਵਾਂ ਨੇ ਹੁਣ ਸੋਚਿਆ ਵੀ ਸਾਡੇ ਭਰਾ ਦੀ ਮੌਤ ਦਾ ਕਾਰਨ ਦ੍ਰੋਪਦੀ ਹੈ। ਤੈ ਕੋ ਜਾ ਰਹੇਗੇ ਇਸ ਸਾਥਾ ਕੈਸ ਗਇਓ ਦ੍ਰੋਪਦੀ ਹਾਥਾ। ਜਿਸ ਦਾ ਨਾਮ ਤਾਂ ਕੋਈ ਹੋਰ ਧਰਿਆ, ਉੱਥੇ ਦ੍ਰੋਪਦੀ ਨਾਮ ਨਹੀਂ ਹੈਗਾ, ਵੈਸੇ ਆਪਣੀ ਜਾਣਕਾਰੀ ਵਾਸਤੇ ਹੈ। ਕਹਿੰਦੀ ਉਹ ਨੌਕਰਾਣੀ ਨੇ ਮਰਵਾਇਆ ਹੈ, ਚਲੋ ਉਸ ਨੌਕਰਾਣੀ ਨੂੰ ਫੜ ਕੇ ਲਿਆਓ, ਇਹਦੇ ਨਾਲ ਹੀ ਮਚਾਵਾਂਗੇ ਉਹਨੂੰ। ਬਹਿਰ ਨਗਰ ਤੇ ਚਿਕਾ ਬਣਾਈ ਬੋਨਰ ਤੈ ਕੋ ਲੀਨ ਉਚਾਈ। ਔਰ ਗੁਰੂ ਪਿਆਰਿਓ ਇਹ ਕਹਿੰਦੇ ਪਿੰਡੋਂ ਬਾਹਰ ਖੁੱਲੇ ਥਾਂ ਦੇ ਵਿੱਚ ਚਿਖਾ ਬਣਾਈ ਗਈ ਆ, ਔਰ ਇਹ ਚਿਖਾ ਬਣਾਉਣ ਤੇ ਨਾਲ ਨਾਲ ਤਿਆਰੀ ਕਰਦੇ ਆ ਸੰਸਕਾਰ ਦੀ, ਨਾਲ ਨਾਲ ਸੋਚਦੇ ਆ ਦ੍ਰੋਪਦੀ ਨੂੰ ਫੜ ਕੇ ਲਿਆਓ। ਬਿਨ ਰੱਖੇ ਕੇ ਕਰਤੇ ਹਾਥਾ ਗਮਣੇ ਲੋਕ ਲੀਏ ਤੇ ਸਾਥਾ। ਔਰ ਗੁਰੂ ਪਿਆਰਿਓ ਇਸ ਨੂੰ ਚੱਕ ਕੇ ਹੁਣ ਸੰਸਕਾਰ ਕਰਨ ਲਈ ਲੋਕ ਲਈ ਜਾਂਦੇ ਐ। ਚੀਨ ਚੀਰ ਮੈਂ ਝਲਖੇ ਦੇਹੀ ਦੀਪ ਸ਼ਿਕਾਮਤ ਦਰਪਣ ਜਿਹੀ। ਤਾਂ ਗੁਰੂ ਪਿਆਰਿਓ ਐਤਨੇ ਇਹਨਾਂ ਨੂੰ ਦ੍ਰੋਪਦੀ ਵੀ ਮਿਲ ਗਈ ਆ, ਭਾਵ ਉਹਦੇ ਕੋਲੇ ਵੀ ਪਹੁੰਚ ਗਏ ਆ ਨੌਕਰਾਣੀ ਕੋਲੇ, ਔਰ ਉਸ ਨੂੰ ਜਾ ਕੇ ਫੜ ਲਿਆ ਮਾਰਨ ਦੇ ਲਈ, ਉਹਦੇ ਨਾਲ ਮਚਾਉਣ ਦੇ ਲਈ। ਨਾ ਬਨੁਰਮਾ ਬਲੁਪਮਾ ਭਾਰੀ ਮਨੋ ਮੇਰ ਪਰ ਜਮਨਾ ਬਾਰੀ। ਔਰ ਕਾਲੇ ਕੇਸ ਇਹਦੇ ਖੁੱਲ ਗਏ ਹਨ, ਧੱਕੇ ਦੇ ਨਾਲ ਇਹਨੂੰ ਕ੍ਰੀਚਕ ਦੇ ਨਾਲ ਮਚਾਉਣ ਲਈ ਲਿਜਾ ਰਹੇ ਐ। ਲੋਕ ਬਿਲੋਕੇ ਗਿਰਾ ਲਾਏ ਬਿਨ ਅਪਰਾਧ ਦਿਓ ਛੁਰਵਾਈ। ਦੂਜੇ ਪਿੰਡ ਵਾਲੇ ਕਹਿੰਦੇ ਯਾਰ ਇਸਤਰੀ ਦੀ ਕੀ ਗਲਤੀ ਹੈ, ਉਹਨੇ ਗਲਤੀ ਕੀਤੀ, ਉਹਨੂੰ ਉਹਦੇ ਕਰਮਾਂ ਦਾ ਫਲ ਮਿਲ ਗਿਆ, ਉਹਨੂੰ ਮਾਰ ਦਿੱਤਾ ਕਿਸੇ ਨੇ, ਇਹਨੂੰ ਨਾਲ ਕਿਉਂ ਮਚਾਉਣੇ, ਇਹਨੂੰ ਛੱਡੋ। ਕੋਈ ਨਾ ਮਾਨੇ ਕਿਸ ਕੋ ਕਹਿਨੋ ਕ੍ਰੀਚਕ ਮਰਨ ਸ਼ੋਕ ਕਹਿ ਦਹਿਨੋ। ਔਰ ਕੋਈ ਮੰਨਦਾ ਨਹੀਂ, ਭਾਵ ਜਿਹੜਾ ਉਹਦੇ ਮੈਂਬਰ ਹੈ, ਪਰਿਵਾਰਕ ਮੈਂਬਰ, ਉਹਦੇ ਭਰਾ, ਉਹਦੇ ਹੋਰ ਲੋਕ, ਉਹ ਕਹਿੰਦੇ ਨਹੀਂ ਇਹਨੂੰ ਨਾਲ ਹੀ ਮਚਾਵਾਂਗੇ, ਛੱਡਣੀ ਨਹੀਂ। ਦਿਲ ਤੇ ਬਹੁਤ ਮਿਲੇ ਨਰ ਨਾਰੀ ਪਿਓ ਦ੍ਰੋਪਦੀ ਕੋ ਦੁਖ ਭਾਰੀ। ਹੁਣ ਗੁਰੂ ਪਿਆਰਿਓ ਲੋਕ ਵੀ ਕਹਿੰਦੇ ਆ ਦ੍ਰੋਪਦੀ ਦੀ ਗਲਤੀ ਨਹੀਂ,
ਔਰ ਇਹਨੂੰ ਛੱਡ ਦਿੱਤਾ ਜਾਵੇ, ਪਰ ਨਹੀਂ ਛੱਡਦੇ। ਉਹ ਬਰਲਾਪ ਕਰਦੀ ਹੈ, ਲੋਕ ਵੀ ਦੁਖੀ ਹੋ ਗਏ। ਗਏ ਹੱਥ ਤੇ ਵਿਆਕਲ ਹੋਏ, ਰੱਖਿਅਕ ਦੇਖੋ ਨਿਕਟ ਨਾ ਕੋਈ। ਔਰ ਗੁਰੂ ਪਿਆਰਿਓ ਹੱਥ ਮਲਦੀ ਹੈ ਦ੍ਰੋਪਦੀ। ਹੁਣ ਇਹਦੇ ਸਾਹਮਣੇ ਕੋਈ ਇਸ ਦਾ ਸਾਥੀ ਭੀਮ ਵਰਗਾ ਨਹੀਂ ਹੈਗਾ। ਰੋਦਨ ਕਰਤ ਨੈਣ ਚਲ ਕਾਹੀ, ਮਨੋ ਮੀਨ ਦੇ ਜਲ ਕੇ ਮਾਹੀ। ਅੱਖਾਂ ਚੋਂ ਪਾਣੀ ਡਿੱਗ ਰਿਹਾ ਜਿਵੇਂ ਮੱਛੀ ਦੇ ਮੂੰਹ ਚੋਂ ਪਾਣੀ ਨਿਕਲਦਾ ਹੈ। ਸੂਕੇ ਅਦਰ ਬੋਲ ਨ ਆਵਤ, ਬਿਥਰੇ ਕੇਸ ਤਰਾਸ ਬਹੁ ਪਾਵਤ। ਔਰ ਗੁਰੂ ਪਿਆਰਿਓ ਖੁੱਲੇ ਹੋਏ ਕੇਸ ਇਸ ਦੇ ਬੁੱਲ ਸੁੱਕਦੇ ਹਨ, ਔਰ ਡਰਦੀ ਹੋਈ ਕੁਛ ਕਰ ਨਹੀਂ ਰਹੀ। ਸੋਧਨਾ ਸੰਭਾਰਨ ਸੀਸ ਪਛੋਰੇ, ਗਮਨੇ ਸਰਬ ਭੀਮ ਗ੍ਰਹਿ ਔਰੇ। ਔਰ ਕਿਸੇ ਨੇ ਜਾ ਕੇ ਭੀਮ ਨੂੰ ਦੱਸ ਦਿੱਤਾ ਹੈ ਕਿ ਤੁਹਾਡੀ ਜਿਹੜੀ ਹੈ ਨਾ ਸਾਥਨ ਨੌਕਰਾਣੀ ਰਾਣੀ ਦੇ ਕੋਲ ਜਿਹੜੀ ਰਹਿੰਦੀ ਹੈ, ਉਹਨੂੰ ਕ੍ਰਿਚਕ ਦੇ ਭਰਾ ਲੈ ਗਏ ਮਾਰਨ ਵਾਸਤੇ। ਸੁਣਿਆ ਸ਼੍ਰੋਣ ਮੈਂ ਸ਼ੋਰ ਵਿਸਾਲਾ, ਉਠਿਓ ਨੀਂਦ ਤਜ ਕਰਤ ਹੈ ਕਾਲਾ। ਤੇ ਭੀਮ ਚੰਦ ਉਸੇ ਵੇਲੇ ਉੱਠ ਕੇ ਭੱਜਿਆ। ਰਾਤ ਨੂੰ ਤਾਂ ਸੁੱਤਾ ਨਹੀਂ, ਉਹਦੇ ਨਾਲ ਜੰਗ ਹੁੰਦਾ ਰਿਹਾ ਤੇ ਇਸ ਕਰਕੇ ਦਿਨ ਚੜ੍ਹਦੇ ਤੱਕ ਇਹ ਸੁੱਤਾ ਰਿਹਾ। ਜਦੋਂ ਕਿਸੇ ਨੇ ਜਾ ਕੇ ਜਗਾਇਆ ਫਿਰ ਭੱਜਿਆ। ਦੇਖ ਪਚਾਲੀ ਕੋ ਕਲਾਵਾ, ਜੈ ਕੋ ਬਦਨ ਕਮਲ ਕੁਮਲਾਵਾ। ਉਧਰ ਪਹੁੰਚ ਗਿਆ ਜਿੱਧਰ ਸੰਸਕਾਰ ਕਰਦੇ ਸੀ ਉਹ। ਤੇ ਗੁਰੂ ਪਿਆਰਿਓ 4 ਛਪਾਰੇ ਬਾਉਂਡਰੀ ਸੀ ਸੰਸਕਾਰ ਵਾਲੀ ਜਗ੍ਹਾ ਦੇ, ਔਰ ਅੰਦਰੋਂ ਦ੍ਰੋਪਦੀ ਦੀਆਂ ਚੀਕਾਂ ਸੁਣੀਆਂ। ਨੈਣ ਸੈਣ ਦੀਨੀ ਸਮਝਾਈ, ਮੈਂ ਆਵੋ ਤਬ ਕਰੋ ਸਹਾਈ। ਤੇ ਔਰ ਗੁਰੂ ਪਿਆਰਿਓ ਇਸ ਨੇ ਉਸ ਦੇ ਸਾਹਮਣੇ ਜਾਣਾ ਕੀਤਾ। ਉਹਨੂੰ ਕਿਹਾ ਘਬਰਾ ਨਾ, ਮੈਂ ਆ ਗਿਆ, ਹੁਣ ਤੇਰੀ ਮਦਦ ਮੈਂ ਕਰੂੰਗਾ। ਕੁਛ ਦ੍ਰੋਪਦੀ ਧੀਰਜ ਧਰਿਓ, ਬੈਤ ਨਦੀ ਜਨ ਹੱਥ ਪਕੜਿਓ। ਔਰ ਜਿਵੇਂ ਕੋਈ ਡੁੱਬਦੇ ਹੋਏ ਨੂੰ ਤਿਣਕੇ ਦਾ ਸਹਾਰਾ ਮਿਲ ਜੇ, ਦ੍ਰੋਪਦੀ ਨੂੰ ਪਤਾ ਲੱਗਿਆ ਵੀ ਹੁਣ ਆ ਗਿਆ ਭੀਮ ਚੰਦ, ਮੈਨੂੰ ਛਡਵਾ ਲਵੇਗਾ। ਚਿਤਾ ਹੋਤੀ ਜੈ ਗਮਣੇ ਸਭੇ, ਬੜੋ ਬ੍ਰਿੰਦ ਪਾਲੋਕਣ ਤਬੇ। ਤਾਂ ਗੁਰੂ ਪਿਆਰੋ ਬੜਾ ਲੋਕਾਂ ਦਾ ਇਕੱਠ ਹੈ। ਜਿੱਧਰ ਚਿਖਾ ਬਣਾਈ ਸੀਗੀ ਉਹਨਾਂ ਦਾ ਖਿਆਲ ਸੀਗਾ ਬਈ ਕ੍ਰਿਚਕ ਦਾ ਸੰਸਕਾਰ ਕਰਨਾ ਹੀ ਕਰਨਾ। ਸਾਰੇ ਉਹਦੇ ਹੱਥ ਪੈਰ ਇਕੱਠੇ ਕਰਕੇ ਲੈ ਗਏ, ਪਰ ਕਹਿੰਦੀ ਉਹ ਜਿਸ ਦੇ ਕਰਕੇ ਮਰਿਆ ਉਹਨੂੰ ਵੀ ਵਿੱਚ ਹੀ ਸਾੜਾਂਗੇ। ਇਸ ਕਰਕੇ ਗੁਰੂ ਪਿਆਰਿਓ ਜਿੱਧਰ ਇਹ ਲੋਕ ਲੈ ਕੇ ਜਾ ਰਹੇ ਆ ਕ੍ਰਿਚਕ ਦੇ ਸਾਰੇ ਸਰੀਰ ਨੂੰ ਇਕੱਠਾ ਕਰਕੇ, ਨਾਲ ਦ੍ਰੋਪਦੀ ਨੂੰ ਲੈ ਕੇ ਜਾ ਰਹੇ ਆ ਤੇ ਮਗਰੇ ਭੀਮ ਚੰਦ ਵੀ ਆ ਰਿਹਾ ਹੈ। ਭੀਮ ਸੈਨ ਕਰ ਬੇਕ ਘੁਟਾਲੀ, ਪਾ ਦਿਓ ਕੋਟ ਮਾਰ ਕਰ ਛਾਲੀ। ਔਰ ਗੁਰੂ ਪਿਆਰਿਓ ਇਹਨਾਂ ਦੀ ਕੁਚਾਲੀ ਮਾੜੀ ਸੋਚ ਦੇਖ ਕੇ ਹੁਣ ਇਸ ਨੇ ਉਸ ਕੋਟ ਕਹਿੰਦੇ ਆ ਕੰਧ ਨੂੰ, ਜੋ ਸੰਸਕਾਰ ਘਰ ਦੀ ਕੰਧ ਸੀ, ਉਥੋਂ ਛਾਲ ਮਾਰ ਕੇ ਅੰਦਰ ਟੱਪਿਆ। ਜਿਹੋ ਬਿਸਾਲ ਉਜਾਰ ਮਜਾਰਾ, ਸ਼ੁਚਕ ਬਿਰਕਿਕ ਹੱਥ ਉਕਾਰਾ। ਔਰ ਵੜਦੇ ਨੇ ਹੀ ਇੱਕ ਦਰਖਤ ਪੱਟ ਲਿਆ, ਤਾਕਤ ਬਹੁਤ ਸੀਗੀ। ਦਰਖਤ ਪਟਿਆ ਤੇ ਚੱਲ ਪਿਆ ਉਹਨਾਂ ਦੇ ਵੱਲ। ਕ੍ਰੋਧ ਧਾਰ ਕਰ ਮੁਰਿਓ ਬਹੋਰੀ, ਆਇਓ ਤੁਰਤ ਹੁਤੇ ਜੈ ਠੌਰੀ। ਔਰ ਉੱਥੇ ਪਹੁੰਚ ਗਿਆ ਜਿੱਥੇ ਸਾਰੇ ਖੜੇ ਸੀਗੇ ਸੰਸਕਾਰ ਕਰਨ ਲਈ। ਦਾਰਨ ਬੇਕਾਰਨ ਕੋ ਮਾਰਨ, ਪੰਚਾਲੀ ਕੇ ਪ੍ਰਾਨ ਉਬਾਰਨ। ਤਾਂ ਗੁਰੂ ਪਿਆਰੋ ਭਿਆਨਕ ਰੂਪ ਧਾਰ ਲਿਆ ਭੀਮ ਚੰਦ ਨੇ, ਜਿਸ ਨੂੰ ਵੇਖ ਕੇ ਲੋਕ ਡਰ ਜਾਣ। ਪੰਚਾਲੀ ਭਾਵ ਦ੍ਰੋਪਦੀ ਨੂੰ ਬਚਾਉਣ ਲਈ। ਜਾਏ ਸਮੀਪੰਗ ਦੀਨ ਦਿਖਾਈ, ਦ੍ਰੋਪਦੀ ਉੱਚੀ ਗਿਰਾ ਅਲਾਈ। ਔਰ ਉਸ ਦਰਖਤ ਨੂੰ ਚੱਕ ਕੇ ਆਪਣੇ ਉੱਪਰ ਮੋਢਿਆਂ ਦੇ ਉਹਨਾਂ ਦੇ ਵਿੱਚ ਹੀ ਲੁਕਿਆ ਹੋਇਆ ਦਰਖਤ ਸਮੇਤ ਉੱਥੇ ਪਹੁੰਚ ਗਿਆ ਜਿੱਥੇ ਚਿਖਾ ਬਣਾਈ ਸੀ। ਤੇ ਜਦੋਂ ਹੀ ਜਾ ਕੇ ਉੱਥੇ ਉਹਨਾਂ ਨੂੰ ਦਿਖਾਈ ਦਿੱਤੀ ਆ। ਗੰਧਰਵ ਜੋ ਮੇਰੋ ਰਖਵਾਰੀ, ਸੋ ਆਇਓ ਤੁਮ ਲਿਹੋ ਨਿਹਾਰੀ। ਔਰ ਦ੍ਰੋਪਦੀ ਕਹਿੰਦੀ ਉਹ ਆ ਗਿਆ ਮੇਰਾ ਸਾਥੀ ਗੰਧਰਵ ਭਾਵ ਭੀਮ ਸੈਨ, ਹੁਣ ਸੋਨੂੰ ਛੱਡੇਗਾ ਨਹੀਂ। ਭੱਜ ਜਾਏ ਮੁਝ ਕੋ ਦੇਹੁ ਛੋਰੀ, ਨਾ ਤਰਹਨੇ ਸਭ ਨੇ ਠੌਰੀ। ਛੱਡ ਦਿਓ ਮੈਨੂੰ, ਨਹੀਂ ਤਾਂ ਕੱਲੇ ਕੱਲੇ ਨੂੰ ਪਾੜ ਕੇ ਮਾਰ ਦੂਗਾ। ਸੁਣ ਬਾਣੀ ਕੋ ਦੇਖਣ ਲਾਗੇ, ਦਾਰੁਣ ਵੇਖ ਲਗਿਓ ਸਭ ਭਾਗੇ। ਤੇ ਜਦੋਂ ਉਹਨੇ ਕਿਹਾ ਤੇ ਸਾਰੇ ਭੀਮ ਚੰਦ ਵੱਲ ਦੇਖਣ ਲੱਗੇ। ਬੜਾ ਭਿਆਨਕ ਰੂਪ ਧਾਰਿਆ, ਹੱਥ ਵਿੱਚ ਇੱਕ ਵੱਡਾ ਦਰਖਤ ਚੱਕੀ ਆਉਂਦਾ ਮੋਢੇ ਤੇ। ਐਸਾ ਰੂਪ ਦੇਖ ਕੇ ਸਾਰੇ ਡਰ ਗਏ। ਕਹਿਣਾ ਕਾਹੂ ਸੰਗ ਬੁਲਾਏ, ਚਾਹਤ ਆਪਣੇ ਪ੍ਰਾਣ ਬਚਾਏ। ਫੇ ਪੈਂਦੀਆਂ 'ਚ ਕਿਹੜਾ ਖੜਦਾ ਭਾਈ, ਸਾਰਿਆਂ ਨੂੰ ਆਪਣੀ ਜਾਨ ਬਚਾਉਣ ਦੀ ਹੋ ਗਈ ਔਰ ਭੱਜਣ ਲੱਗੇ। ਧਾਰਿਓ ਭੀਮ ਸੈਨ ਰਿਸ ਭਾਰੀ, ਘੇਰੇ ਸਭੀ ਜਾਏ ਅਗਾਰੇ। ਔਰ ਭੀਮ ਸੈਨ ਨੇ ਜਾ ਕੇ ਸਾਰਿਆਂ ਨੂੰ ਘੇਰਾ ਪਾ ਲਿਆ।
और पहुंच गया कोले। सहस भ्रात कछ पटन समेता तब सन्मुख आए रण हेता। और ਉਹ ਵੀ ਅੱਗੋਂ ਭੀਮਸੈਨ ਦੇ ਨਾਲ ਲੜਾਈ ਕਰਨ ਲਈ ਤਿਆਰ ਹੋ ਗਏ। हथियारन के करे प्रहारा मारो मारो सबन पुकारा। और मार लो फड़ लो मार लो फड़ लो ਦਾ ਰੌਲਾ ਪੈ ਗਿਆ ਹੈ। रस्यो विशाल लाल कर नैना मार बिरख पटे जब ऐना। ਇਸ ਤਰ੍ਹਾਂ ਗੁਰੂ ਪਿਆਰਿਓ ਜਿਸ ਵੇਲੇ ਇਹ ਰੌਲਾ ਪੈ ਗਿਆ ਫੜ ਲੋ ਮਾਰ ਲੋ ਦਾ, ਕਈ ਪਿੰਡ ਵਾਲੇ ਉਹ ਤਾਂ ਵਿਚਾਰੇ ਡਰਦੇ ਭੱਜ ਹੀ ਗਏ। ਇਹਦੇ ਖਾਸ ਖਾਸ ਬੰਦੇ ਰਹਿ ਗਏ ਆ ਭਰਾ ਭਰੂ, ਉਹਨਾਂ ਦੇ ਨਾਲ ਭੀਮ ਚੰਦ ਦੀ ਲੜਾਈ ਹੋਣ ਲੱਗੀ। क्रीचक भ्रात सर्ब तह मारे कुछ कुसो पट को दीन संघारे। ਔਰ ਕ੍ਰੀਚਕ ਦੇ ਭਰਾਵਾਂ ਨੂੰ ਮਾਰਨਾ ਸ਼ੁਰੂ ਕੀਤਾ। ਭੀਮ ਚੰਦ ਨੇ ਕੁਝ ਸਿਪਾਹੀ ਵੀ ਮਾਰ ਦਿੱਤੇ ਉਹਦੇ। बाहरो गयो उजार मजारा अपनो बेक सर्ब तन तारा। ਔਰ ਗੁਰੂ ਪਿਆਰਿਓ ਇਸ ਤਰ੍ਹਾਂ ਫਿਰ ਉਹਨਾਂ ਨੂੰ ਮਾਰ ਕੇ ਦ੍ਰੋਪਦੀ ਨੂੰ ਬਚਾ ਕੇ ਜੰਗਲ ਵਿੱਚ ਆਇਆ ਹੈ। रहन गए क्रीचक हेता जरियो तहा सत भ्रात समेता। ਔਰ ਦ੍ਰੋਪਦੀ ਨੂੰ ਬਚਾ ਕੇ ਲੈ ਗਿਆ। ਫਿਰ ਆਪਣਾ ਭੇਸ ਬਦਲਿਆ ਜਾ ਕੇ ਫਿਰ ਆਪਣੇ ਲੰਗਰ ਵਿੱਚ ਕੰਮ ਤੇ ਚਲਿਆ ਗਿਆ ਔਰ ਦ੍ਰੋਪਦੀ ਨੂੰ ਬਚਾ ਕੇ ਲੈ ਗਿਆ। ਖਿਆਲ ਕਰੋ ਕਿ ਮਾੜੇ ਕਰਮਾਂ ਦਾ ਸਾਥ ਦੇਣ ਵਾਲਿਆਂ ਦਾ ਵੀ ਇਹ ਹਾਲ ਹੁੰਦਾ ਹੈ। ਕ੍ਰੀਚਕ ਤਾਂ ਮਰ ਗਿਆ ਸੀ, ਉਹਦੀ ਗਲਤੀ ਸੀ, ਪਰ ਉਹਦੇ ਭਰਾਵਾਂ ਨੇ ਉਹਦਾ ਮਾੜੀ ਗਲਤੀ ਦਾ ਸਾਥ ਦਿੱਤਾ ਤੇ ਉਹਨਾਂ ਦਾ ਵੀ ਇਹ ਹਾਲ ਹੋਇਆ ਕਿ ਉਹਦੇ ਭਰਾ ਵੀ ਮਾਰੇ ਗਏ, ਉਹ ਵੀ ਮਾਰਿਆ ਗਿਆ। इस प्रकार हो तो प्रसंगा श्रोता सुनो हृदय सो उमंगा। ਸੋ ਸਰੋਤੇ ਜਣੋ ਮੈਂ ਤੁਹਾਨੂੰ ਇਹ ਕਹਾਣੀ ਤਾਂ ਸੁਣਾਈ ਹੈ ਬਈ ਜਿਹੜੀ ਹੋਣੀ ਆ ਉਹ ਟਲਦੀ ਨਹੀਂ। ਮਾੜੇ ਕੰਮਾਂ ਦਾ ਮਾੜਾ ਹੀ ਨਤੀਜਾ ਹੁੰਦਾ ਹੈ। होते समर्थ सर्व विद जोई गए कूच कर रहो न कोई। ਇਸ ਤਰ੍ਹਾਂ ਗੁਰੂ ਪਿਆਰਿਓ ਅਖੀਰ ਬਾਕੀ ਜਿਹੜੇ ਸਨ ਉਹ ਸਾਰੇ ਹੀ ਪਾਤਸ਼ਾਹ ਜੀ ਇੱਥੇ ਕਹਿੰਦੇ ਆ ਇਹੋ ਜਿਹੇ ਸਮਰੱਥ ਭੀਮ ਚੰਦ ਵਰਗੇ, ਕ੍ਰੀਚਕ ਵਰਗੇ, ਪਾਂਡਵਾਂ ਵਰਗੇ, ਰਾਜੇ ਜਨਮੇਜੇ ਵਰਗੇ ਕੋਈ ਵੀ ਦੁਨੀਆ ਵਿੱਚ ਨਹੀਂ ਬਚਿਆ। ਵੱਡੇ ਵੱਡੇ ਹੋ ਕੇ ਚਲੇ ਗਏ ਇੱਥੋਂ। जिनको ज्ञान प्योर माही सदा सुखी तिनको दुख नाही। ਜਿਨ੍ਹਾਂ ਨੇ ਆਪਣੇ ਆਪ ਨੂੰ ਗਿਆਨ ਦੇ ਨਾਲ ਬਚਾ ਲਿਆ ਉਹ ਬਚ ਕੇ ਸੁਖੀ ਵਸਦੇ ਐ। ਜਿਹੜੇ ਆਪਣੇ ਮਾੜੇ ਕਰਮਾਂ ਨੂੰ ਸੋਚ ਸਮਝ ਕੇ ਨਹੀਂ ਕਰਦੇ ਉਹਨਾਂ ਦਾ ਇਹ ਹਾਲ ਹੁੰਦਾ ਹੈ ਦੋਹਰਾ। ब्रह्म ज्ञान जिनके हृदय जान्यो सहज स्वरूप। ਅਗਲੀ ਸਾਖੀ ਆਰੰਭ ਹੁੰਦੀ ਹੈ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਪੈਦਾ ਹੋ ਜਾਂਦਾ ਹੈ ਉਹ ਹੀ ਇਸ ਨਿਜ ਸਰੂਪ ਨੂੰ ਜਾਣਦੇ ਆ। इनके पदर बंदना उचरो कथा अनूप। ਆਓ ਮੈਂ ਉਹਨਾਂ ਬ੍ਰਹਮ ਗਿਆਨੀਆਂ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਅਗਲੀ ਕਥਾ ਕਹਿੰਦਾ ਹਾਂ। चौपाई श्री अंगद सुन अगल प्रसंगा गुरु कहन लग पुन तै संगा। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਜੀ ਅਗਲੀ ਕਥਾ ਸੁਣੀਏ। जनमेजा की सुनो कहानी जो दुख पायो तै सब जानी। ਅਗਲੀ ਕਹਾਣੀ ਹੈ ਜਨਮੇਜੇ ਰਾਜੇ ਦੀ। ਜਿਸ ਤਰ੍ਹਾਂ ਉਸ ਨੇ ਗਲਤੀ ਕੀਤੀ ਪਾਤਸ਼ਾਹ ਜੀ ਲਿਖਦੇ ਆ ਨਾ ਏਕੀ ਕਾਰਨ ਪਾਪੀ ਭਇਆ। ਜਨਮੇਜਾ ਰਾਜਾ ਹੋਇਆ ਉਹ ਵੀ ਰੋਇਆ। ਉਸ ਨੇ ਇੱਕੋ ਹੀ ਗਲਤੀ ਕੀਤੀ ਜਿਸ ਗਲਤੀ ਦੇ ਕਾਰਨ ਉਸ ਦਾ ਅੰਤ ਹੋ ਗਿਆ। ਤਾਂ ਗੁਰੂ ਪਿਆਰੋ ਰਾਜੇ ਜਨਮੇਜੇ ਤੋਂ ਕੀ ਗਲਤੀ ਹੋਈ ਇਹ ਆਪਾਂ ਸਰਵਣ ਕਰ ਰਹੇ ਸੀ। ਰਾਜੇ ਜਨਮੇਜੇ ਨੇ ਜਿਸ ਵੇਲੇ ਬਹੁਤ ਵੱਡਾ ਲੰਗਰ ਕੀਤਾ ਉਸ ਲੰਗਰ ਦੇ ਵਿੱਚ ਉਸਨੇ ਬਹੁਤ ਸਾਰੇ ਬ੍ਰਾਹਮਣਾਂ ਨੂੰ ਸੱਦਿਆ ਔਰ ਬ੍ਰਾਹਮਣਾਂ ਨੂੰ ਬੁਲਾ ਕਰਕੇ ਉਸਨੇ ਗੁਰੂ ਪਿਆਰਿਓ ਬ੍ਰਾਹਮਣਾਂ ਨੂੰ ਬੁਲਾ ਕਰਕੇ ਬਹੁਤ ਸਾਰੇ ਬ੍ਰਾਹਮਣਾਂ ਨੂੰ ਬੁਲਾ ਕਰਕੇ ਲੰਗਰ ਕੀਤਾ ਤੇ ਲੰਗਰ ਤੋਂ ਬਾਅਦ ਉਸ ਲੰਗਰ ਦੇ ਕਰਦਿਆਂ ਹੋਇਆਂ ਜਦੋਂ ਰਾਜੇ ਦੇ ਘਰ ਉਸ ਨੂੰ ਉਸਦੇ ਉਸਤਾਦ ਵਿਸ਼ਵਾਮਿੱਤਰ ਨੇ ਕਿਹਾ ਸੀਗਾ ਕਿ ਤੂੰ ਇਹ ਕੰਮ ਕਰੇਗਾ। ਉਹ ਕਹਿਣ ਲੱਗਿਆ ਜੇ ਭਲਾ ਮਹਾਰਾਜ ਬੰਦੇ ਨੂੰ ਪਹਿਲਾਂ ਪਤਾ ਹੋਵੇ ਕਿ ਮੈਂ ਇਹ ਗਲਤੀ ਨਾ ਕਰਾਂ ਤਾਂ ਉਹ ਬੰਦਾ ਉਸ ਗਲਤੀ ਤੋਂ ਟਲ ਜਾਵੇ ਤੇ ਹੋਣੀ ਤੋਂ ਬਚ ਸਕਦਾ ਹੈ। ਪਰ ਗੁਰੂ ਪਿਆਰਿਓ ਹੋਇਆ ਕੀ ਇਹ ਕਹਿੰਦਾ ਮੈਨੂੰ ਦੱਸ ਦਿਓ। ਪਹਿਲਾਂ ਉਹਨੇ ਦੱਸ ਦਿੱਤਾ ਵੀ ਤੂੰ ਕਾਲੀ ਘੋੜੀ ਲਵੇਂਗਾ ਆਦਿ ਆਦਿ। ਇਹ ਸਾਰੀ ਕਹਾਣੀ ਪਿਛਲੇ ਦਿਨੀ ਆਪਾਂ ਸਰਵਣ ਕੀਤੀ ਔਰ ਇਹ ਕਹਿਣ ਲੱਗਿਆ ਮੈਂ ਨਾ ਘੋੜੀ ਖਰੀਦਾਂ ਤੇ ਨਾ ਹੀ ਮੈਂ